कब हो न डरो, शुभ कर मन ते कब हो न डरो, न डरो हर सौ कब जाए लड़ो, निश्चय कर अपनी जीत करो, शिवा पर मोहे, शिवा पर मोहे। 770 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ। ਰੇਡੀਓ ਜ਼ਿੰਦਾਬਾਦ। सोनिया सत श्री अकाल, देह शिवा पर मोहे, शुभ कर मन ते कब हो न करो। As students return to classrooms, we have taken steps to help ensure schools have been made as safe as possible. Ontario's School Safety Plan has been developed in consultation with the Chief Medical Officer of Health. Further protections to prevent the spread of COVID-19 include strengthened masking requirements, enhanced cleaning, expanded targeted testing, and stricter student screening. To learn more about school health and safety measures, please visit ontario.ca/reopening schools. Paid for by the Government of Ontario. ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, the best rates, up to 80% discounts on car insurance। ਗੱਲ ਕੀ auto, home, life, trucking fleets and non-fleets, disability, group benefits, ਕਿੱਦਾਂ ਦੀ ਵੀ ਕਵਰੇਜ ਲਵੋ। ਆਰਮਰ ਚੇਤੇ ਰੱਖੋ, Armor Insurance is partners with leading Canadian insurance companies। 24/7 online quotes 2-3 ਮਿੰਟਾਂ ਵਿੱਚ ਲਵੋ। Armor Insurance Brokers 9054525127 905 452 51। ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਤੁਹਾਡੇ ਹੋਸਟ ਰੁਪਿੰਦਰ ਹੇਰ ਵੱਲੋਂ ਬਹੁਤ ਨਿੱਘਾ ਜੀ ਆਇਆਂ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਹਰ ਐਤਵਾਰ ਦੀ ਤਰ੍ਹਾਂ ਰੇਡੀਓ ਜ਼ਿੰਦਾਬਾਦ ਤੁਹਾਡੇ ਨਾਲ ਜੁੜ ਚੁੱਕਿਆ। ਐਸੀਆਂ ਗੱਲਾਂ ਕਰਨ ਨੂੰ ਜੋ ਸ਼ਾਇਦ ਇੰਡੀਅਨ ਮੀਡੀਆ ਨਹੀਂ ਕਰ ਰਿਹਾ। ਬਹੁਤ ਸਾਰਾ ਮੀਡੀਆ ਸ਼ਾਇਦ ਇੰਟਰਨੈਸ਼ਨਲ ਲੈਵਲ 'ਤੇ ਵੀ ਉਸ ਗੱਲ ਨੂੰ ਕਰਨ ਤੋਂ ਇਤਰਾਜ਼ ਕਰਦਾ। ਕੁਛ ਮੀਡੀਆ ਜਿਹੜਾ ਕਿ ਵਾਕਿਆ ਹੀ ਜਰਨਲਿਜ਼ਮ ਨੂੰ ਸਮਝਦਾ ਔਰ ਮੀਡੀਆ ਐਜ਼ 4th ਪਿਲਰ ਆਫ ਡੈਮੋਕ੍ਰੇਸੀ ਜਿਹੜੀ ਹੈ ਉਹਨੂੰ ਸਮਝਦਾ, ਉਹ ਜ਼ਰੂਰ ਸਾਰੇ ਸੁਣਨ ਵਾਲਿਆਂ ਤੱਕ ਸਹੀ ਚੀਜ਼ ਪਹੁੰਚਾ ਰਿਹਾ ਔਰ ਬੇਬਾਕ ਹੋ ਕੇ ਖੁੱਲ੍ਹ ਕੇ ਗੱਲ ਕਰ ਰਿਹਾ ਜੋ ਸਹੀ ਹੈ, ਜੋ ਸੱਚ ਦੇ ਆਧਾਰ 'ਤੇ ਹੈ ਔਰ ਹੱਕ ਦੀ ਲੜਾਈ ਹੈ। ਸੋ ਅੱਜ ਵੀ ਅਸੀਂ ਗੱਲ ਕਰਾਂਗੇ ਕਰੰਟ ਅਫੇਅਰਸ, ਕਰੰਟ ਇਸ਼ੂਜ਼ ਅਸੀਂ ਸਾਰੇ ਸੁਣਦੇ ਹਾਂ, ਚਾਹੇ ਫਾਰਮਰ ਪ੍ਰੋਟੈਸਟ ਹੋਏ, ਚਾਹੇ ਕੋਵਿਡ ਡਿਪਲੋਮੇਸੀ ਹੋਏ, ਮਗਰ ਹਰ ਗੱਲ ਜਿਹੜੀ ਅਸੀਂ ਸੁਣਦੇ ਹਾਂ ਉਹਦੇ ਪਿੱਛੇ ਕੋਈ ਨਾ ਕੋਈ ਕਹਾਣੀ ਹੁੰਦੀ ਹੈ। ਸੋ ਅੱਜ ਰੇਡੀਓ ਜ਼ਿੰਦਾਬਾਦ 'ਤੇ ਅਸੀਂ ਗੱਲ ਕਰਾਂਗੇ ਕੁਛ ਮੇਨ ਇਸ਼ੂਜ਼ ਦੇ ਔਰ ਸਟੋਰੀ ਬਿਹਾਈਂਡ ਕਰੰਟ ਅਫੇਅਰਸ। ਗੱਲ ਕੀਤੀ ਜਾਏਗੀ ਕਿ ਫਾਰਮਰ ਪ੍ਰੋਟੈਸਟ ਇਸ ਵੇਲੇ ਕਿੱਧਰ ਨੂੰ ਜਾ ਰਿਹਾ ਹੈ। ਬਹੁਤ ਸਾਰੇ ਪ੍ਰਤੀਕਿਰਿਆ ਆ ਰਹੀਆਂ ਨੇ। ਕੁਛ ਲੋਕ ਇਸ ਗੱਲ ਨਾਲ ਸਹਿਮਤ ਨੇ ਕਿ ਫਾਰਮਰਸ ਜਿਹੜੇ ਆ ਉਹਨਾਂ ਨੂੰ ਬੰਗਾਲ ਦੇ ਵਿੱਚ ਅਗਰ ਇਲੈਕਸ਼ਨ ਹੋ ਰਹੀ ਹੈ ਤਾਂ ਉੱਥੇ ਜਾ ਕੇ ਉੱਥੇ ਦੇ ਕਿਸਾਨਾਂ ਨੂੰ ਜਾਗਰੂਕ ਕਰਾਉਣਾ ਚਾਹੀਦਾ। ਕੁਛ ਲੋਕ ਜਿਹੜੇ ਆ ਉਹ ਇਸ ਨੀਤੀ ਨਾਲ ਸਹਿਮਤ ਨਹੀਂ ਨੇ। ਉਹ ਸੋਚਦੇ ਨੇ ਕਿ ਸ਼ਾਇਦ ਉੱਥੇ ਜਾਣ ਕਰਕੇ ਐਸੀ ਸਿਚੁਏਸ਼ਨ ਨਾ ਆ ਜਾਏ ਜਿਵੇਂ 26 ਜਨਵਰੀ ਨੂੰ ਇਸ਼ੂ ਆ ਗਿਆ, ਕੋਈ ਨਾ ਕੋਈ ਗੜਬੜ ਹੋ ਜਾਏ ਜਿਹਦੇ ਨਾਲ ਕਿਸਾਨਾਂ ਦਾ ਇਮੇਜ ਜਿਹੜੀ ਆ ਉਹ ਫੇਰ ਦੁਬਾਰਾ ਖਰਾਬ ਕੀਤੀ ਜਾਏ। ਨਾਲ ਹੀ ਐਸੀਆਂ ਸਿਚੁਏਸ਼ਨਸ ਆ ਰਹੀਆਂ ਨੇ ਕਿ ਜਿੱਥੇ ਇੱਕ ਨਾਰਮਲ ਬਿੱਲ ਇਸ ਵੇਲੇ 2 ਧਿਰਾਂ ਬਣਾ ਚੁੱਕਿਆ, ਇੰਨੀ ਜ਼ਿਆਦਾ ਡਿਵੀਜ਼ਨ ਕਿਸੇ ਵੀ ਬਿੱਲ ਦੇ ਉੱਤੇ, ਕਿਸੇ ਵੀ ਪੋਲੀਟੀਕਲ ਇਸ਼ੂ 'ਤੇ ਕਦੀ ਨਹੀਂ ਹੋਈ। CAA ਵੀ ਆਇਆ, ਪ੍ਰੋਟੈਸਟ ਹੋਏ, ਖਤਮ ਵੀ ਪ੍ਰੋਟੈਸਟ ਹੋਇਆ, ਮਗਰ ਸੋਸ਼ਲ ਮੀਡੀਆ ਉੱਤੇ 2 ਧਿਰਾਂ ਨਹੀਂ ਬਣੀਆਂ। ਕੀ ਵਜ੍ਹਾ ਹੈ ਕਿ ਸਿਰਫ ਆਪਣੇ ਆਪਣੇ ਓਪੀਨੀਅਨ ਰੱਖਣ ਦੇ ਨਾਲ ਇਸ ਵੇਲੇ ਸੋਸ਼ਲ ਮੀਡੀਆ 'ਤੇ ਆਮ ਲੋਕਾਂ ਦੇ ਵਿੱਚ, ਚਾਹੇ ਇੰਡੀਆ ਹੋਣ ਚਾਹੇ ਕਿਤੇ ਵੀ ਵਰਲਡ ਦੇ ਵਿੱਚ ਆ, ਖਾਸ ਤੌਰ 'ਤੇ ਜਿਹੜੇ ਭਾਰਤੀ ਮੂਲ ਦੇ ਲੋਕ ਨੇ ਉਹਨਾਂ ਦੇ ਵਿੱਚ ਡਿਵੀਜ਼ਨ ਬਣ ਗਈ ਹੈ। ਜੋ ਲੋਕ ਇਸ ਬਿੱਲ ਦਾ ਸਮਰਥਨ ਕਰਦੇ ਨੇ ਉਹਨਾਂ ਨੇ ਆਪਣਾ ਟਾਈਟਲ, ਸੈਲਫ ਸਟਾਈਲ ਟਾਈਟਲ ਜਿਹੜਾ ਨੈਸ਼ਨਲਿਸਟ ਦਾ ਲਾ ਲਿਆ। ਉਹਨਾਂ ਨੇ ਆਪਣੇ ਆਪ ਨੂੰ ਦੇਸ਼ ਭਗਤ ਕਹਿਣਾ ਸ਼ੁਰੂ ਕਰਤਾ। ਨਾਲ ਹੀ ਉਹ ਲੋਕ ਨੇ ਜੋ ਇਸ ਬਿੱਲ ਦੇ ਉੱਤੇ ਇਤਰਾਜ਼ ਜਤਾਨੇ,
ਇਹਨਾਂ ਦੇ ਉੱਤੇ ਜੋ ਕਿਸਾਨ ਉੱਥੇ ਪ੍ਰੋਟੈਸਟ ਕਰ ਰਹੇ ਨੇ, ਜੋ ਉਹਨਾਂ ਦੀ ਜਾਨਾਂ ਜਾ ਰਹੀਆਂ ਨੇ, ਉਹਨਾਂ ਬਾਰੇ ਕੰਸਰਨ ਜਤਾ ਰਹੇ ਨੇ, ਉਹਨਾਂ ਨੂੰ ਕੁਛ ਲੋਕ ਜਿਹੜੇ ਆ ਉਹ ਮਿਲ ਕੇ ਟਾਰਗੇਟ ਕਰਦੇ ਨੇ। ਉਹਨਾਂ ਨੂੰ ਮਿਲ ਕੇ ਉਹਨਾਂ ਦੇ ਓਪੀਨੀਅਨ ਉੱਤੇ ਉਹਨਾਂ ਨੂੰ ਐਂਟੀ ਨੈਸ਼ਨਲ ਕਿਹਾ ਜਾਂਦਾ। ਔਰ ਇੱਥੋਂ ਤੱਕ ਨਹੀਂ, ਉਹਨਾਂ ਨੂੰ ਚਾਹੇ ਟਵਿੱਟਰ ਹੋਏ, ਚਾਹੇ ਉਹ ਵਟਸਐਪ ਹੋਏ, ਚਾਹੇ ਉਹ ਫੇਸਬੁੱਕ ਹੋਏ, ਹਰ ਐਸੇ ਮਾਧਿਅਮ ਤੋਂ ਉਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੂੰ ਡਰਾਇਆ ਵੀ ਜਾ ਰਿਹਾ। ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੂੰ ਬਹੁਤ ਹੇਟ ਮੈਸੇजेस ਵੀ ਆਏ ਨੇ। ਕੀ ਇਹ ਸਹੀ ਹੈ? ਜੇ ਮੈਂ ਬਿੱਲ ਦੇ ਨਾਲ ਖੜਾ ਹਾਂ ਤੇ ਉਹ ਮੇਰਾ ਇੱਕ ਜਾਤੀ ਓਪੀਨੀਅਨ ਹੈ, ਜੇ ਮੈਂ ਬਿੱਲ ਦੇ ਅਗੇਂਸਟ ਖੜਾ ਹਾਂ ਤਦ ਵੀ ਮੇਰਾ ਉਹ ਜਾਤੀ ਓਪੀਨੀਅਨ ਆ। ਕੀ ਇੱਕ ਜਾਤੀ ਓਪੀਨੀਅਨ ਜਿਹੜਾ ਆ ਉਹਦੀ ਵੈਲਿਊ ਉਹਨੂੰ ਇਵੇਂ ਕ੍ਰੈਡਿਟ ਕੀਤਾ ਜਾਂਦਾ ਹੈ ਕਿ ਜਿਵੇਂ ਜੋ ਲੋਕ ਹਾਂ 'ਚ ਹਾਂ ਮਿਲਾ ਰਹੇ ਨੇ ਉਹ ਦੇਸ਼ ਭਗਤ ਬਣ ਜਾਂਦੇ ਨੇ। ਉਹ ਸਾਰਾ ਕੁਝ ਠੀਕ ਨੇ, ਉਹਨਾਂ ਦਾ ਓਪੀਨੀਅਨ ਵੀ ਠੀਕ ਹੈ, ਉਹ ਕਿਸੇ ਨੂੰ ਫੇਸਬੁੱਕ ਉੱਤੇ, ਸੋਸ਼ਲ ਮੀਡੀਆ ਉੱਤੇ ਜੋ ਮਰਜ਼ੀ ਮਾੜੀ ਤੋਂ ਮਾੜੀ ਭਾਸ਼ਾ ਬੋਲਦੇ ਨੇ, ਉਹ ਵੀ ਠੀਕ ਹੈ। ਮਗਰ ਇੱਕ ਸਹੀ ਭਾਸ਼ਾ ਦੇ ਵਿੱਚ ਕੋਈ ਵੀ ਅਗਰ ਇਤਰਾਜ਼ ਜਤਾਉਂਦਾ ਹੈ ਤੇ ਉਸ, ਚਾਹੇ ਉਹ ਆਦਮੀ ਹੋਏ, ਚਾਹੇ ਔਰਤ ਹੋਏ, ਚਾਹੇ ਬੱਚਾ ਹੈ, ਚਾਹੇ ਵੱਡਾ ਹੈ, ਚਾਹੇ ਬਜ਼ੁਰਗ, ਉਹਨੂੰ ਇੱਕ ਕਲੈਕਟਿਵ ਹੇਟਡ ਦਾ ਸਾਹਮਣਾ ਕਰਨਾ ਪੈਂਦਾ। ਇਹ ਕਲੈਕਟਿਵ ਹੇਟਡ ਜਿਹੜੀ ਹੈ ਕਿ ਇਹ ਡੈਮੋਕ੍ਰੇਸੀ ਲਈ ਚੰਗੀ ਹੈ। ਸੋ ਨਾਲ ਹੀ ਇਹ ਗੱਲ ਕਰਾਂਗੇ ਕਿ ਜੋ ਭਾਰਤੀ ਜਨਤਾ ਪਾਰਟੀ ਦੇ ਬੜੇ ਮਸ਼ਹੂਰ, ਬੜੇ ਉੱਘੇ ਲੀਡਰ LK ਅਡਵਾਨੀ ਜੀ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਹੀ, ਪਿਛਲੇ ਟਰਮ ਦੇ ਵਿੱਚ ਹੀ ਉਹਨਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਵੀ ਆਰ ਹੈਡਿੰਗ ਫॉर ਅਨਡਿਕਲੇਅਰਡ ਐਮਰਜੈਂਸੀ। ਇਹ ਸ਼ਬਦ ਸ਼ਾਇਦ ਉਦੋਂ ਮੀਡੀਆ 'ਤੇ ਵੀ ਸੁਣਿਆ ਗਿਆ, ਬਹੁਤ ਸਾਰੇ ਲੋਕਾਂ ਨੇ ਵੀ ਸੁਣਿਆ, ਉਸ ਟਾਈਮ ਸ਼ਾਇਦ ਸਮਝ ਨਹੀਂ ਆਈ। ਸੋ ਅੱਜ ਅਸੀਂ ਗੱਲ ਇਹ ਵੀ ਕਰਨੀ ਹੈ ਕਿ ਕੀ ਜੋ ਹਾਲਾਤ ਬਣਦੇ ਜਾ ਰਹੇ ਨੇ, ਕੀ ਉਹ ਵਾਕਿਆ ਹੀ ਇੱਕ ਅਨਡਿਕਲੇਅਰਡ ਐਮਰਜੈਂਸੀ ਹੈ ਜਿਹਦੇ ਵਿੱਚ ਪ੍ਰੈਸ ਕਾਬੂ 'ਚ ਹੈ, ਲੋਕ ਕਾਬੂ 'ਚ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕ੍ਰਾਈਮ ਬ੍ਰਾਂਚਸ ਵੱਲੋਂ ਨੋਟਿਸਿਸ ਆ ਰਹੇ ਨੇ ਐਡਰੈਸ ਲੱਭ ਕੇ ਕਿ ਕੌਣ ਪ੍ਰੋਟੈਸਟ ਵਿੱਚ ਗਿਆ, ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਜਾ ਰਿਹਾ ਹੈ। ਦਿਸ਼ਾ ਰਵੀ 22 ਸਾਲ ਦੀ ਲੜਕੀ ਜਿਹੜੀ ਹੈ, ਜਿਹਨੂੰ ਕਿ ਫਰਾਈਡੇ ਨੂੰ ਬੇਲ ਮਿਲਣੀ ਸੀ, ਪਹਿਲੀ ਅਰੈਸਟ ਉੱਤੇ ਕੁਐਸਚਨ ਹੋਏ। ਜਿਹੜੇ ਜੱਜ ਨੇ ਡਿਸੀਜ਼ਨ ਦੇਣਾ ਹੈ ਉਹ ਦਿੱਲੀ ਪੁਲਿਸ ਨੂੰ ਪੁੱਛ ਰਿਹਾ ਕਿ ਤੁਹਾਡੇ ਕੋਲ ਕੋਈ ਐਵੀਡੈਂਸ ਵੀ ਹੈ, ਫਿਰ ਵੀ ਉਹਦੀ ਜੁਡੀਸ਼ੀਅਲ ਕਸਟਡੀ ਜਿਹੜੀ ਆ ਉਹ 2 ਦਿਨ ਹੋਰ ਵੱਧਦੀ ਹੈ ਔਰ ਮੰਗਲਵਾਰ ਤੱਕ ਉਹਦੀ ਜਿਹੜੀ ਜ਼ਮਾਨਤ ਆ ਉਹ ਡਿਲੇ ਹੁੰਦੀ ਹੈ। ਮਨਦੀਪ ਪੂਨੀਆ ਜੇਲ੍ਹ 'ਚ ਜਾਂਦਾ ਹੈ, ਉਹਨੂੰ ਅਰੈਸਟ ਕੀਤਾ ਜਾਂਦਾ ਹੈ। ਕਸੂਰ ਕੀ ਹੈ? ਜੋ ਹੋ ਰਿਹਾ ਉਹ ਦਿਖਾਉਣਾ। ਉਹ ਕਿਹੜੇ ਐਸੇ ਕਾਨੂੰਨ ਦੇ ਅਗੇਂਸਟ ਅਰੈਸਟ ਹੈ? ਕੀ ਸੱਚ ਦੱਸਣਾ, ਸੱਚ ਬੋਲਣਾ ਇੱਕ ਗੁਨਾਹ ਹੋ ਜਾਏਗਾ? ਐਸੇ ਹਾਲਾਤ ਜਾਂ ਤਾਂ 1947 ਤੋਂ ਪਹਿਲਾਂ ਸੀ ਅਤੇ ਜਾਂ ਫਿਰ ਐਸੇ ਹਾਲਾਤ ਜਿਹੜੇ ਆ ਉਹ ਐਮਰਜੈਂਸੀ 'ਚ ਹੁੰਦੇ ਆ। ਜਦੋਂ ਐਮਰਜੈਂਸੀ ਦੇ ਵਿੱਚ 1970 ਦੇ ਦਹਾਕੇ ਦੇ ਵਿੱਚ ਵੀ ਜਿਨ੍ਹਾਂ ਨੇ ਐਮਰਜੈਂਸੀ ਵੇਖੀ ਹੈ, ਉਦੋਂ ਵੀ ਸੱਚ ਬੋਲਣ ਵਾਲੇ ਜਰਨਲਿਸਟ ਜੇਲ੍ਹ 'ਚ ਗਏ। ਜੋ ਵੀ ਲੋਕ ਆਪਣਾ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰਦੇ ਸੀਗੇ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਜਾਂਦਾ ਸੀ ਔਰ ਪ੍ਰੈਸ ਕਿਸੇ ਵੀ ਤਰ੍ਹਾਂ ਦੀ ਨਿਊਜ਼ ਜਿਹੜੀ ਆ ਉਹ ਨਹੀਂ ਦੇ ਸਕਦੀ ਸੀ। ਅੱਜ ਵੀ ਸ਼ਾਇਦ ਇਵੇਂ ਦੇ ਹੀ ਹਾਲਾਤ ਜਿਹੜੇ ਆ ਉਹ ਬਣਦੇ ਜਾ ਰਹੇ ਨੇ। ਅਸੀਂ ਇੱਕ ਸੈਕੂਲਰ ਕੰਟਰੀ ਹਾਂ। ਭਾਰਤ ਦਾ ਸੰਵਿਧਾਨ ਸੈਕੂਲਰਿਜ਼ਮ ਉੱਤੇ ਲਿਖਿਆ ਗਿਆ। ਡੈਮੋਕ੍ਰੇਸੀ ਦੀ ਡੈਫੀਨੇਸ਼ਨ ਜਿਹੜੀ ਆ ਬਾਈ ਦਾ ਪੀਪਲ, ਫॉर ਦਾ ਪੀਪਲ, ਇਟਸ ਆਲ ਪੀਪਲ। ਓਕੇ, ਡੈਮੋਕ੍ਰੇਸੀ ਨੂੰ ਬਣਾਉਂਦੇ ਵੀ ਲੋਕ ਨੇ, ਲੋਕਾਂ ਲਈ ਹੀ ਬਣਦੀ ਹੈ ਔਰ ਲੋਕਾਂ ਵਾਸਤੇ ਹੀ ਹੈ। 3 ਵਾਰੀ ਲੋਕ ਡੈਮੋਕ੍ਰੇਸੀ ਦੀ ਭਾਸ਼ਾ ਵਿੱਚ ਹੀ ਸ਼ਬਦ ਯੂਜ਼ ਕੀਤਾ ਜਾਂਦਾ ਹੈ। ਇਹ ਵੀ ਕਹਾਣੀ ਦੀ ਗੱਲ ਕਰਾਂਗੇ ਕਿ ਕੀ ਵਾਕਿਆ ਹੀ ਡੈਮੋਕ੍ਰੇਸੀ ਅੱਜ ਲੋਕਾਂ ਲਈ ਹੈ ਜਾਂ ਸਿਰਫ ਉਹਨਾਂ ਲੋਕਾਂ ਲਈ ਰਹਿ ਗਈ ਹੈ ਜੋ ਲੋਕ ਸਿਰ ਥੱਲੇ ਕਰਕੇ ਹਾਂ 'ਚ ਹਾਂ ਮਿਲਾਉਣਗੇ, ਹਰ ਚੀਜ਼ ਨੂੰ ਹਾਂ ਕਹਿਣਗੇ,
ਔਰ ਫੈਕਟਸ ਤੋਂ ਦੂਰ ਰੱਖੇ ਜਾਣਗੇ। ਇਸ ਸਾਰੀਆਂ ਕਹਾਣੀਆਂ ਦੀ ਅੱਜ ਗੱਲ ਕਰਨ ਨੂੰ ਤੁਹਾਡੇ ਨਾਲ ਆਏ ਆ। ਰੇਡੀਓ ਜ਼ਿੰਦਾਬਾਦ ਦਾ ਸ਼ੁਰੂਆਤ ਜਿਹੜੀ ਹੈ ਉਹ ਇੱਕ ਹੀ ਮੂਲ ਸ਼ਬਦ 'ਤੇ ਹੈ, ਦੇ ਸ਼ਿਵਾ ਬਰ ਮੋਹੇ ਸ਼ੁਭ ਕਰਮਨ ਤੇ ਕਬੂ ਨਾ ਟਰੂ। ਜੋ ਸਹੀ ਹੈ, ਜੋ ਕੰਮ ਸਹੀ ਹੈ ਉਹਦੇ ਨਾਲ ਕਰਨਾ, ਡਰਨਾ ਨਹੀਂ, ਇਹੀ ਇੱਕ ਸਹੀ ਸਿਧਾਂਤ ਹੈ, ਕਿਉਂਕਿ ਸੱਚ ਦੇ ਨਾਲ ਪਰਮਾਤਮਾ ਵੀ ਖੜਾ ਹੁੰਦਾ। ਔਰ ਜਿਵੇਂ ਅਸੀਂ ਫਾਰਮਰ ਪ੍ਰੋਟੈਸਟ ਵਿੱਚ ਵੇਖ ਚੁੱਕੇ ਹਾਂ ਕਿ ਉੱਥੇ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਜੇ ਫਾਰਮਰ ਪ੍ਰੋਟੈਸਟ ਅੱਜ ਹੋਰ ਵੀ ਕਈ ਹਿੱਸੇ ਸਟਰੋਂਗ ਆ ਕੇ ਉੱਭਰਿਆ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਤੇ ਉਹ ਡੈਫੀਨੇਟਲੀ ਸਿਰਫ ਅਸੀਂ ਕਿਸਾਨ ਲੀਡਰਸ਼ਿਪ ਨੂੰ ਨਹੀਂ ਮੰਨਦੇ, ਉਹਦਾ ਸਿਰਾ ਜਿਹੜਾ ਆ ਉਸ ਪਰਮਾਤਮਾ ਦੇ ਉੱਤੇ ਜਾਂਦਾ ਹੈ ਜਿਨ੍ਹੇ ਸੱਚ ਦਾ ਔਰ ਹਿਊਮੈਨਿਟੇਰੀਅਨ ਐਸਪੈਕਟ ਦਾ, ਇਨਸਾਨੀਅਤ ਦਾ ਸਾਥ ਦਿੱਤਾ। ਅੱਜ ਇਤਿਹਾਸ ਰਚਿਆ ਜਾ ਰਿਹਾ ਇਵੇਂ ਹੀ ਜਿਵੇਂ ਕਿ 1947 ਤੋਂ ਪਹਿਲਾਂ ਵੀ ਰਚਿਆ ਜਾਂਦਾ ਸੀ। ਉਦੋਂ ਵੀ ਲੋਕਾਂ ਨੇ ਪੈਸੇ ਬਣਾਏ, ਮੁਖਬਰੀਆਂ ਵੀ ਕੀਤੀਆਂ ਔਰ ਗੁਲਾਮੀ ਨੂੰ ਗੁਲਾਮੀ ਨਹੀਂ ਬਰਕਤ ਸਮਝਿਆ। ਮਗਰ ਉਦੋਂ ਵੀ ਸੂਰਮੇ ਪੈਦਾ ਹੋਏ, ਉਦੋਂ ਵੀ ਸ਼ਹੀਦ ਹੋਏ, ਉਦੋਂ ਵੀ ਲੋਕਾਂ ਨੇ ਲਾਠੀਆਂ ਖਾਧੀਆਂ, ਜੇਲ੍ਹਾਂ ਭਰੀਆਂ, ਬਹੁਤ ਸਾਰੇ ਤਸ਼ੱਦਦ ਵੀ ਹੋਈ, ਕਾਲਾ ਪਾਣੀ 'ਚ ਵੀ ਬਿਨਾਂ ਪੁੱਛਿਆਂ ਬਿਨਾਂ ਕੋਈ ਕਾਨੂੰਨ ਦੇ ਜੇਲ੍ਹਾਂ ਹੋਈਆਂ। ਸ਼ਾਇਦ ਕੁਛ ਨਾ ਕੁਛ ਉਹਦਾ ਹਿੱਸਾ ਜਿਹੜਾ ਹੁਣ ਵੀ ਵੇਖਣ ਨੂੰ ਮਿਲ ਰਿਹਾ। ਅਫਸੋਸ ਇਹ ਹੈ ਕਿ ਜੋ ਲੋਕ ਇਸ ਵੇਲੇ ਬਾਰ-ਬਾਰ ਗੱਲ ਕਰਦੇ ਨੇ ਕਿ ਇਹ ਹਿੰਦੂ ਰਾਜ ਬਣ ਜਾ ਰਿਹਾ ਇੰਡੀਆ, ਉਹਦੇ 'ਚ ਸ਼ਾਇਦ ਉਹਨਾਂ ਨੂੰ ਇਹ ਸਮਝ ਨਹੀਂ ਕਿ ਹਿੰਦੂਇਜ਼ਮ ਦੀ ਫਿਲਾਸਫੀ ਪੜ੍ਹਨੀ ਉਹਨਾਂ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਹਿੰਦੂਇਜ਼ਮ ਦੀ ਫਿਲਾਸਫੀ ਜਿਹੜੀ ਆ ਉਹ ਮਲਟੀ ਕਲਚਰਲ, ਹਰ ਰਿਲੀਜਨ ਨੂੰ ਅਡੋਪਟ ਕਰਨ 'ਚ ਹੈ, ਟੋਲਰੈਂਸ ਦੇ ਵਿੱਚ ਹੈ, ਪੇਸ਼ੈਂਸ ਦੇ ਵਿੱਚ ਹੈ ਔਰ ਰਾਮ ਰਾਜ ਵਿੱਚ ਹੈ। ਰਾਮ ਰਾਜ ਦਾ ਮਤਲਬ ਹੀ ਇਹ ਹੈ ਕਿ ਪ੍ਰਜਾ ਲਈ, ਰਾਮ ਰਾਜੇ ਦਾ ਸਹੀ ਮਤਲਬ ਸ਼ਾਇਦ ਮਿਨੋਰਿਟੀ ਸਮਝ ਗਈਆਂ ਨੇ, 99% ਚੰਗੇ ਹਿੰਦੂ ਜਿਹੜੇ ਨੇ ਉਹ ਸਮਝ ਚੁੱਕੇ ਨੇ, ਮਗਰ 1% ਐਸੇ ਲੋਕ ਨੇ ਜਿਹੜੇ ਕਿ ਨਾ ਤੇ ਕੇਵਲ ਹਿੰਦੂ ਐਜ਼ ਅ ਫਿਲਾਸਫੀ ਨੂੰ ਫੇਲ ਕਰ ਰਹੇ ਨੇ, ਮਗਰ ਸਾਰੀ ਦੁਨੀਆ ਨੂੰ ਇੱਕ ਗਲਤ ਐਗਜ਼ਾਮਪਲ ਸੈੱਟ ਕਰਕੇ ਦੇ ਰਹੇ ਨੇ ਕਿ ਅੱਜ ਲੋਕ ਖਾਸ ਤੌਰ 'ਤੇ ਦੇਸ਼ ਤੋਂ ਬਾਹਰ ਇਸ ਚੀਜ਼ ਉੱਤੇ ਕੁਐਸਚਨ ਕਰਨ ਲੱਗ ਪਏ ਹੈ ਕਿ ਸਾਨੂੰ ਇਹ ਕਹਿਣਾ ਨਹੀਂ ਚਾਹੀਦਾ ਕਿ ਭਾਰਤ ਇੱਕ ਸਭ ਤੋਂ ਵੱਡਾ ਡੈਮੋਕ੍ਰੈਟਿਕ ਕੰਟਰੀ ਹੈ। ਸਾਨੂੰ ਅਜੇ ਵੀ ਇਹ ਨਹੀਂ ਕਹਿਣਾ ਚਾਹੀਦਾ ਔਰ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ ਹੈ, ਕਿਉਂਕਿ ਅੱਜ ਵੀ 99% ਲੋਕ ਉੱਥੇ ਬੈਠੇ ਇੰਡੀਆ ਦੇ ਜਿਹੜੇ ਲੋਕ ਨੇ ਉਹ ਡੈਮੋਕ੍ਰੇਸੀ ਦੀ ਵੈਲਿਊ ਸਮਝਦੇ ਨੇ, ਮਗਰ ਹਾਲਾਤ ਜਿਹੜੇ ਆ ਉਹ ਐਸੇ ਬਣਦੇ ਜਾ ਰਹੇ ਨੇ ਕਿ ਜਿੱਥੇ ਹਰ ਐਸੀ ਚੀਜ਼ ਜੋ ਕਿ ਇੱਕ ਓਪੀਨੀਅਨ ਹੈ, ਇੱਕ ਰਾਏ ਹੈ, ਉਸ ਰਾਏ ਨੂੰ ਦੇਸ਼ ਭਗਤੀ ਨਾਲ, ਉਸ ਰਾਏ ਨੂੰ, ਹਰ ਚੀਜ਼ ਨੂੰ ਐਂਟੀ ਨੈਸ਼ਨਲ ਬਣਾ ਕੇ ਪੇਸ਼ ਕਰਨ ਵਾਲਾ ਮੀਡੀਆ ਜਿਹੜਾ ਆ ਉਹ ਬਹੁਤ ਵੱਡਾ ਅੱਜ ਦੇ ਦਿਨ 'ਚ ਇੰਡੀਆ ਦਾ ਨੁਕਸਾਨ ਕਰ ਰਿਹਾ, ਉਹਨਾਂ ਲੋਕਾਂ ਦਾ ਨੁਕਸਾਨ ਕਰ ਰਿਹਾ ਜਿਨ੍ਹਾਂ ਨੂੰ ਦੇਸ਼ ਨਾਲ ਪਿਆਰ ਹੈ। ਕੱਲ੍ਹ ਹੀ ਸਾਡੇ ਬਹੁਤ ਸੂਝਵਾਨ ਸੱਜਣ ਜਿਹੜੇ ਸੀਗੇ ਉਹਨਾਂ ਨੇ ਇੱਕ ਬੜੀ ਵਧੀਆ ਉਦਾਹਰਨ ਦਿੱਤੀ ਕਿ ਬਹੁਤ ਸਾਰੇ ਲੋਕ ਇਹ ਕੁਐਸਚਨ ਕਰਦੇ ਨੇ ਕਿ ਅਸੀਂ ਕੈਨੇਡਾ 'ਚ ਬਹਿ ਕੇ ਜਾਂ ਦੇਸ਼ ਤੋਂ ਬਾਹਰ ਬੈਠ ਕੇ ਅਸੀਂ ਇੰਡੀਆ ਦੀ ਗੱਲ ਕਿਉਂ ਕਰਦੇ ਹਾਂ। ਉਹਨਾਂ ਨੇ ਬੜੀ ਵਧੀਆ ਇੱਕ ਉਦਾਹਰਨ ਦਿੱਤੀ ਸੀਗੀ ਕਿ ਲੜਕੀ ਦੀ ਬੇਸ਼ੱਕ ਸ਼ਾਦੀ ਹੋ ਜਾਏ ਮਗਰ ਉਹਦਾ ਧਿਆਨ ਜਿਹੜਾ ਆ, ਉਹਦਾ ਕੰਸਰਨ ਜਿਹੜਾ ਆ ਉਹ ਹਮੇਸ਼ਾ ਪੇਕਿਆਂ ਵੱਲ ਰਹਿੰਦਾ ਆ। ਇਵੇਂ ਹੀ ਸ਼ਾਇਦ ਸਾਰੇ NRIs ਦਾ ਹਾਲ ਹੈ, ਕਿਤੇ ਨਾ ਕਿਤੇ ਉਹਨਾਂ ਦਾ ਧਿਆਨ, ਉਹਨਾਂ ਦਾ ਕੰਸਰਨ ਆਪਦੀ ਮਦਰਲੈਂਡ ਨਾਲ ਹੈ ਔਰ ਇਹੀ ਸਬੂਤ ਹੈ ਹਰ ਉਸ NRI ਦਾ ਜੋ ਦੇਸ਼ ਤੋਂ ਬਾਹਰ ਰਹਿ ਕੇ ਵੀ ਦੇਸ਼ ਨੂੰ, ਆਪਣੀ ਮਦਰਲੈਂਡ ਨੂੰ, ਆਪਣੀ ਮਾਂ ਜਿੱਥੇ ਉਹ ਜੰਮਿਆ ਉਹਨੂੰ ਭੁੱਲ ਸਕਦਾ, ਆਪਣੇ ਕੰਮ ਨਾਲ ਕੰਮ ਰੱਖ ਕੇ ਉਹ ਆਪਣਾ ਕੰਮ ਚਲਾ ਸਕਦਾ, ਮਗਰ ਫਿਰ ਵੀ ਉਹ ਆਪਣੀ ਇਹ ਜ਼ਿੰਮੇਵਾਰੀ ਜ਼ਰੂਰ ਨਿਭਾ ਰਿਹਾ ਕਿਸੇ ਨਾ ਕਿਸੇ ਤਰ੍ਹਾਂ ਕਿ ਉਹ ਆਪਣੇ ਦੇਸ਼ ਲਈ ਕੰਸਰਨ ਜਤਾਉਂਦਾ,
ਆਪਣੇ ਦੇਸ਼ ਦੇ ਭਲੇ ਲਈ, ਜਿੱਥੇ ਉਹ ਜੰਮਿਆ, ਜਿੱਥੇ ਉਹਦੇ ਬਜ਼ੁਰਗ ਜੰਮੇ, ਜਿੱਥੇ ਉਹ ਰਹੇ, ਜਿੱਥੇ ਉਹ ਉੱਥੇ ਉਹਨਾਂ ਨੇ ਆਖਰੀ ਸਮੇਂ ਬਿਤਾਏ ਨੇ, ਉਹਨਾਂ ਦੇ ਨਾਲ ਉਹਦਾ ਕੰਸਰਨ ਹੈ। ਇਸ ਵੇਲੇ ਕੀ ਸਟੋਰੀ ਹੈ? ਕੀ ਕਿਸਾਨ ਪ੍ਰੋਟੈਸਟ ਜਿਹੜਾ ਆ ਉਹ ਸਹੀ ਰਸਤੇ ਜਾ ਰਿਹਾ? ਜੋ ਇਸ ਵੇਲੇ ਸਮਾਂ ਦੱਸ ਰਿਹਾ ਹੈ ਉਹ ਬਹੁਤ ਸਹੀ ਰਸਤੇ ਜਾ ਰਿਹਾ ਹੈ। ਬੰਗਾਲ ਦੇ ਵਿੱਚ ਉਹਨਾਂ ਨੇ ਜਿਹੜੀ ਅਨਾਊਂਸਮੈਂਟ ਕੀਤੀ ਹੈ ਕਿਸਾਨ ਯੂਨੀਅਨ ਨੇ ਕਿ ਉੱਥੇ ਜਾਣਗੇ ਔਰ ਉੱਥੇ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨਗੇ, ਉਹਦੇ ਨਾਲ ਸਰਕਾਰ ਡੈਫੀਨੇਟਲੀ ਹਿੱਲੀ ਪਈ ਹੈ। ਔਰ ਜਿਵੇਂ ਲੱਗਦਾ ਸੀਗਾ ਅੱਜ ਤੋਂ ਕੁਝ ਸਮੇਂ ਪਹਿਲਾਂ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਉੱਥੇ ਮੈਜੋਰਿਟੀ ਲੈਣ 'ਚ ਕਾਮਯਾਬ ਹੋ ਜਾਏਗੀ, ਅੱਜ ਦੇ ਹਾਲਾਤ ਐਸੇ ਨੇ ਕਿ ਸ਼ਾਇਦ ਇਹ ਮੁਮਕਿਨ ਨਾ ਹੋਏ। ਸ਼ਾਇਦ ਦੁਬਾਰਾ ਤ੍ਰਿਣਮੂਲ ਕਾਂਗਰਸ, ਲੈਫਟ ਜਾਂ ਕਾਂਗਰਸ ਮਿਲ ਕੇ ਸਰਕਾਰ ਬਣਾਉਣ 'ਚ ਕਾਮਯਾਬ ਹੋ ਜਾਣ। ਔਰ ਉਹਦਾ ਮੇਜਰ ਕਾਰਨ ਇਹ ਰਹੇਗਾ ਕਿ ਜੋ ਗਰੀਬ ਕਿਸਾਨ, ਗਰੀਬ ਲੋਕ ਉੱਥੇ ਨੇ, ਉਹਨਾਂ ਦਾ ਕੰਸਰਨ ਕਿਸਾਨ ਯੂਨੀਅਨ ਜਿਹੜੀਆਂ ਨੇ ਉਹ ਜਤਾ ਰਹੀਆਂ ਨੇ। ਔਰ ਬਹੁਤ ਵਧੀਆ ਜਿਹੜੀ ਇੱਕ ਚੀਜ਼ ਕਿਸਾਨਾਂ ਨੇ ਕੀਤੀ ਹੈ, ਕਿਸਾਨ ਲੀਡਰਸ਼ਿਪ ਨੇ ਕੀਤੀ ਹੈ, ਉਹ ਇਹ ਕੀਤੀ ਹੈ ਕਿ ਜਿਹੜੇ ਮਜ਼ਦੂਰ ਯੂਨੀਅਨਸ ਨੇ ਉਹਨਾਂ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ। ਔਰ ਹੌਲੀ ਹੌਲੀ ਹੁਣ ਜਿਹੜੀਆਂ ਮਜ਼ਦੂਰ ਯੂਨੀਅਨਸ ਨੇ ਉਹ ਵੀ ਇਸ ਪ੍ਰੋਟੈਸਟ ਦੇ ਨਾਲ ਜੁੜ ਰਹੀਆਂ ਨੇ। ਔਰ ਇਹ ਐਕਚੁਅਲੀ ਬਹੁਤ ਵੱਡੀ ਸਟ੍ਰੈਟਜੀ ਔਰ ਸਿਆਣਪ ਹੈ, ਕਿਉਂਕਿ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਬਿੱਲ ਜਿਹੜੇ ਲੈ ਕੇ ਆ ਰਹੀ ਹੈ, ਉਹ ਅਗਲਾ ਜਿਹੜਾ ਇਫੈਕਟ ਹੋਏਗਾ ਉਹ ਲੇਬਰ ਉੱਤੇ ਹੈ। ਸੋ ਲੇਬਰ ਲਾਜ਼ ਆਉਣ ਤੋਂ ਪਹਿਲਾਂ ਇਹ ਜਿਹੜੀ ਗੱਠ ਜੋੜ ਬਣ ਰਿਹਾ ਹੈ, ਇਹ ਇੱਕ ਬੜਾ ਵੱਡਾ ਥ੍ਰੈਟ ਹੈ, ਕਿਉਂਕਿ ਆਲਮੋਸਟ 70 ਤੋਂ 80% ਲੋਕ ਜਿਹੜੇ ਇੰਡੀਆ ਦੇ ਆ ਉਹ ਇਹਨਾਂ ਦੋਵਾਂ ਹੀ ਤਬਕਿਆਂ ਦੇ ਵਿੱਚ ਆਉਂਦੇ ਨੇ। ਜਾਂ ਤਾਂ ਉਹ ਮਜ਼ਦੂਰੀ ਕਰਦੇ ਨੇ, ਜਾਂ ਉਹ ਖੇਤੀਬਾੜੀ ਨਾਲ ਜੁੜੇ ਹੋਏ ਨੇ, ਜਾਂ ਖੇਤੀਬਾੜੀ ਦੇ ਨਾਲ ਉਹਨਾਂ ਦਾ ਕੋਈ ਬਿਜ਼ਨਸ ਜੁੜਿਆ ਹੋਇਆ। ਇਸ ਕਰਕੇ ਦੇਸ਼ ਦੇ 70% ਲੋਕ ਜਿਹੜੇ ਆ ਉਹ ਇਸ ਯੂਨੀਅਨ ਦੇ ਨਾਲ ਇਫੈਕਟ ਹੋਣਗੇ। ਇਹ ਇੱਕ ਬੜਾ ਵੱਡਾ ਸਟ੍ਰੈਟੇਜਿਕ ਜਿਹੜਾ ਕੰਬੀਨੇਸ਼ਨ ਬਣਿਆ, ਜਿਹਦੇ ਨਾਲ ਸਭ ਤੋਂ ਪਹਿਲਾ ਜਿਹੜਾ ਅਸਰ ਹੈ ਉਹ ਬੰਗਾਲ ਦੀਆਂ ਇਲੈਕਸ਼ਨ ਦਾ ਰਿਜ਼ਲਟ ਜਿਹੜਾ ਆ ਉਹ ਦੱਸੇਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਿਸਾਨ ਪ੍ਰੋਟੈਸਟ ਲਈ ਬਹੁਤ ਚੰਗੀਆਂ ਨੇ। ਜਿਵੇਂ ਰੇਡੀਓ ਜ਼ਿੰਦਾਬਾਦ ਤੋਂ ਅਸੀਂ ਹਮੇਸ਼ਾ ਹੀ ਕਹਿੰਦੇ ਆਏ ਹਾਂ, ਔਰ ਦਸੰਬਰ 'ਚ ਵੀ ਕਿਹਾ ਸੀਗਾ ਕਿ ਇਹ ਪ੍ਰੋਟੈਸਟ ਜਿਹੜਾ ਆ ਇਹ ਆਲਮੋਸਟ ਸੇਮ ਪ੍ਰੋਟੈਸਟ ਹੈ ਜੋ 1927 ਦੇ ਵਿੱਚ ਪਗੜੀ ਸੰਭਾਲ ਜੱਟਾ ਤੇ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਤੇ ਉਹਨਾਂ ਦੇ ਪਿਤਾ ਜੀ ਨੇ ਜਿਹੜਾ ਸ਼ੁਰੂ ਕੀਤਾ ਸੀਗਾ, ਪੰਜਾਬ ਤੋਂ ਸ਼ੁਰੂ ਹੋਇਆ ਸੀਗਾ, ਹੌਲੀ ਹੌਲੀ ਉਹ ਪੂਰੇ ਨਾਰਥ ਇੰਡੀਆ ਦੇ ਵਿੱਚ ਫੈਲਿਆ ਸੀ ਔਰ 9 ਮਹੀਨੇ ਉਹ ਚੱਲਿਆ ਸੀਗਾ। ਔਰ 9 ਮਹੀਨੇ ਬਾਅਦ ਬ੍ਰਿਟਿਸ਼ ਸਰਕਾਰ ਨੂੰ ਉਹ ਬਿੱਲ ਜਿਹੜੇ ਸੀਗੇ, ਉਦੋਂ ਵੀ 3 ਹੀ ਬਿੱਲ ਸੀਗੇ ਔਰ ਕਿਸਾਨੀ ਦੇ ਬਿੱਲ ਸੀਗੇ, ਜਿਨ੍ਹਾਂ ਨੂੰ ਵਾਪਸ ਲੈਣਾ ਪਿਆ। ਇੱਥੇ ਹੀ ਨਾਲ ਕਹਾਣੀ ਜਿਹੜੀ ਹੈ ਉਹ ਸੋਚਣ ਦੀ ਲੋੜ ਹੈ, ਉਹ ਸਮਝਣ ਦੀ ਲੋੜ ਹੈ ਕਿ ਸੀਏ ਦੇ ਵਿੱਚ ਤੇ ਕਿਸਾਨਾਂ ਦੇ ਪ੍ਰੋਟੈਸਟ ਵਿੱਚ ਇਹਨਾਂ ਬਿੱਲਾਂ ਦੇ ਵਿੱਚ ਕੀ ਫ਼ਰਕ ਹੈ। ਉਸ ਟਾਈਮ ਕਿਉਂ ਨਹੀਂ ਇੰਨਾ ਮੀਡੀਆ ਨੈਗੇਟਿਵ ਹੋਇਆ, ਕਿਉਂ ਨਹੀਂ ਇੰਨੇ ਲੋਕ ਡਿਵਾਈਡ ਹੋਏ, ਔਰ ਕਿਉਂ ਨਹੀਂ ਇੰਨਾ ਸਰਕਾਰ ਨੂੰ ਇਸ ਚੀਜ਼ ਦਾ ਖਤਰਾ ਲੱਗਿਆ? ਜਵਾਬ ਬੜਾ ਸਿੱਧਾ ਹੈ, ਔਰ ਇਹ ਜਵਾਬ ਜੋ ਮੈਂ ਦੇ ਰਿਹਾ ਇਹ ਸੱਚ ਬੋਲਣ ਵਾਲਾ ਜਿਹੜਾ ਗੁਜਰਾਤ ਦਾ ਵਸਨੀਕ ਹੈ, ਗੁਜਰਾਤ 'ਚ ਰਹਿਣ ਵਾਲਾ ਹੈ, ਉਹ ਜ਼ਰੂਰ ਐਕਸੈਪਟ ਕਰਦਾ ਹੈ। ਗੁਜਰਾਤ ਦੇ ਵਿੱਚ ਵੀ ਜਦੋਂ ਸੇਮ ਕੰਬੀਨੇਸ਼ਨ ਰਾਜ ਕਰਦਾ ਸੀਗਾ ਤੇ ਉਦੋਂ ਵੀ ਲੋਕਾਂ ਨੂੰ ਬੜਾ ਕਲੀਅਰਲੀ ਨਜ਼ਰ ਆਉਂਦਾ ਸੀਗਾ, ਗੁਜਰਾਤ ਦੇ ਲੋਕਾਂ ਨੂੰ, ਕਿ ਇੱਥੇ ਸਿਰਫ 2 ਘਰਾਣਿਆਂ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ। ਅਗਰ ਬਿਜ਼ਨਸ ਮਿਲਦਾ ਹੈ ਤੇ ਸਿਰਫ ਉਹ 2 ਹੀ ਘਰਾਣੇ ਜਿਹੜੇ ਆ ਉਹਨਾਂ ਨੂੰ ਹੀ ਮਿਲਦਾ। ਫੇਵਰਟਿਜ਼ਮ ਹੁੰਦੀ ਹੈ। ਔਰ ਉੱਥੇ ਵੀ ਸੇਮ ਰੈਪੂਟੇਸ਼ਨ ਸੀਗਾ ਜੋ ਅੱਜ ਨੈਸ਼ਨਲ ਲੈਵਲ 'ਤੇ ਰੈਪੂਟੇਸ਼ਨ ਬਣਿਆ ਹੋਇਆ ਹੈ। ਫਾਰਮਰ ਬਿੱਲ ਦੇ ਵਿੱਚ ਔਰ ਸੀਏ ਦੇ ਵਿੱਚ ਮੇਜਰ ਅੰਤਰ ਇਹੀ ਹੈ ਕਿ ਫਾਰਮ ਬਿੱਲ ਦੇ ਵਿੱਚ ਫਾਈਨੈਂਸ਼ੀਅਲ ਫਾਇਦਾ ਹੈ, ਪੈਸੇ ਦਾ ਫਾਇਦਾ ਹੈ, ਔਰ ਪੈਸੇ ਦਾ ਫਾਇਦਾ ਸਿਰਫ ਜਿਹੜਾ ਆ ਉਹ 2 ਘਰਾਣਿਆਂ ਨੂੰ ਹੈ। ਸੀਏ ਦੇ ਵਿੱਚ ਪੈਸੇ ਦਾ ਫਾਇਦਾ ਕਿਸੇ ਨੂੰ ਸੀਗਾ,
ਸੀਏ ਦੇ ਵਿੱਚ ਫਾਈਨੈਂਸ਼ੀਅਲ ਬੈਨੀਫਿਟ ਕੋਈ ਨਹੀਂ ਸੀਗਾ। ਸੀਏ ਦੇ ਵਿੱਚ ਸਿਰਫ ਪੋਲਿਟਿਕਸ ਸੀਗੀ, ਡਿਵੀਜ਼ਨ ਸੀਗੀ ਔਰ ਪੋਲਰਾਈਜੇਸ਼ਨ ਜਿਹੜਾ ਮੇਨ ਇਸ ਗਵਰਨਮੈਂਟ ਦਾ ਇੱਕ ਸਟਰੈਂਥ ਰਹੀ ਹੈ ਕਿ ਡਿਵਾਈਡ ਕੀਤਾ ਜਾਏ। ਫੋਕਸ ਜਿਹੜਾ ਸੀਗਾ ਹਮੇਸ਼ਾ ਹੀ ਉਹਨਾਂ ਸਟੇਟਸ ਦੇ ਉੱਤੇ ਰਿਹਾ ਜਿੱਥੇ ਕਿ ਹਿੰਦੂ ਔਰ ਮੁਸਲਿਮ ਪਾਪੂਲੇਸ਼ਨ ਜਿਹੜੀ ਆ ਉਹ ਹੈ। ਉਹਨਾਂ ਨੂੰ ਕਿਵੇਂ ਡਿਵਾਈਡ ਕਰਕੇ ਵੋਟਾਂ ਜਿਹੜੀਆਂ ਜਿੱਤੀਆਂ ਜਾਣ। ਇਸੇ ਕਰਕੇ ਹੀ ਇਹ ਕੰਬੀਨੇਸ਼ਨ ਜਿਹੜਾ ਆ ਇਹ ਦੋ ਸਟੇਟਾਂ ਦੇ ਵਿੱਚ ਨਹੀਂ ਚੱਲਿਆ। ਇੱਕ ਕੇਰਲਾ ਹੈ ਜਿੱਥੇ ਤਕਰੀਬਨ 47% ਮੁਸਲਮਾਨ ਔਰ ਕ੍ਰਿਸਚਨ ਨੇ, ਉੱਥੇ ਫੇਲ ਹੋਇਆ। ਔਰ ਦੂਸਰਾ ਪੰਜਾਬ ਹੈ ਕਿਉਂਕਿ ਪੰਜਾਬੀ ਜਿਹੜੇ ਨੇ ਉਹ ਭਾਈਚਾਰੇ ਦੇ ਵਿੱਚ ਬਿਲੀਵ ਕਰਦੇ ਨੇ। ਪੰਜਾਬੀ ਜਿਹੜੇ ਆ ਉਹ ਹਿੰਦੂਆਂ ਦੇ ਨਾਲ ਵੀ, ਮੁਸਲਮਾਨਾਂ ਦੇ ਨਾਲ ਵੀ ਔਰ ਕ੍ਰਿਸਚਨਾਂ ਦੇ ਨਾਲ ਰਹਿਣਾ ਜਾਣਦੇ ਨੇ। ਇਸ ਕਰਕੇ ਇਹ ਦੋ ਸਟੇਟਾਂ ਜਿਹੜੀਆਂ ਨੇ ਉੱਥੇ ਇਹ ਪੋਲਰਾਈਜੇਸ਼ਨ ਜਿਹੜੀ ਆ ਅਸਰ ਨਹੀਂ ਕਰ ਸਕੀ। ਔਰ ਅਸੀਂ ਵੇਖਿਆ ਕਿ ਵੱਡੇ ਵੱਡੇ ਧਨਾੜ ਜਿਹੜੇ ਵੱਡੇ ਇਹਨਾਂ ਦੇ ਪੋਲੀਟੀਕਲ ਜਿਹੜੇ ਆਈਕਨ ਸੀਗੇ ਉਹ ਈਵਨ ਅੰਮ੍ਰਿਤਸਰ ਵਰਗੀ ਸੀਟ ਤੋਂ ਹਾਰੇ। ਓਕੇ, ਔਰ ਪੰਜਾਬ ਦੇ ਵਿੱਚ ਮੈਂਬਰ ਪਾਰਲੀਮੈਂਟ ਜਿਹੜੇ ਆ ਉਹ ਕੇਵਲ ਜਿਹੜੇ ਆ 3 ਬਣੇ ਆ ਔਰ ਉਹ ਵੀ ਉਹਨਾਂ ਜਗ੍ਹਾ ਤੋਂ ਜਿੱਥੇ ਕਿ ਪੋਲਰਾਈਜੇਸ਼ਨ ਦਾ ਇਫੈਕਟ ਹੋ ਸਕਿਆ। ਔਰ ਇਹ ਫਿਊਚਰ ਜਿਹੜਾ ਆ ਇਹ ਭਾਰਤੀ ਜਨਤਾ ਪਾਰਟੀ ਨੂੰ, ਸਰਕਾਰ ਨੂੰ ਪਤਾ ਹੈ ਕਿ ਕੇਰਲਾ ਔਰ ਪੰਜਾਬ ਇੱਕ ਐਸੀਆਂ ਦੋ ਸਟੇਟਸ ਆ ਜਿਹਦੇ ਉੱਤੇ ਇਹ ਵਾਲਾ ਉਹਨਾਂ ਦਾ ਸਟ੍ਰੈਟਜੀ ਜਿਹੜੀ ਆ ਨਹੀਂ ਚੱਲੇਗੀ। ਬੰਗਾਲ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੇ ਹੋਮ ਮਿਨਿਸਟਰ ਸਾਹਿਬ ਉੱਥੇ ਜਾ ਕੇ ਸਟੇਜ ਤੋਂ ਜੈ ਸ਼੍ਰੀ ਰਾਮ ਦੇ ਨਾਅਰੇ ਮਰਵਾ ਰਹੇ ਨੇ। ਸਵਾਲ ਇੱਥੇ ਇਹ ਆਉਂਦਾ ਹੈ ਕਿ ਜੈ ਸ਼੍ਰੀ ਰਾਮ ਦਾ ਅਗਰ ਸਟੇਜ ਤੋਂ, ਪੋਲੀਟੀਕਲ ਸਟੇਜ ਤੋਂ ਨਾਅਰਾ ਮਾਰਿਆ ਜਾਂਦਾ ਹੈ ਤੇ ਉਹ ਕਿਸੇ ਵੀ ਤਰ੍ਹਾਂ ਐਂਟੀ ਨੈਸ਼ਨਲ ਨਹੀਂ ਬਣਦਾ। ਔਰ ਫਾਰਮਰ ਪ੍ਰੋਟੈਸਟ ਵਿੱਚ ਬੁਲੇ ਸੋ ਨਿਹਾਲ ਦਾ ਨਾਅਰਾ ਅਗਰ ਮਾਰਿਆ ਜਾਂਦਾ ਹੈ ਤੇ ਉਹ ਐਂਟੀ ਨੈਸ਼ਨਲ ਬਣ ਜਾਂਦਾ ਹੈ। ਇਹ ਦੋ ਤਰ੍ਹਾਂ ਦੇ ਡਿਫਰੈਂਟ ਕਾਨੂੰਨ ਨੇ। ਮੇਰਾ ਇੱਕ ਸਾਥੀ ਜੋ ਇਹ ਕਹਿੰਦਾ ਹੈ ਕਿ ਮੈਂ ਇਹ ਬਿੱਲ ਜਿਹੜੇ ਆ ਬਿਲਕੁਲ ਸਹੀ ਨੇ, ਉਹਦਾ ਓਪੀਨੀਅਨ ਐਂਟੀ ਨੈਸ਼ਨਲ ਨਹੀਂ ਹੈ। ਉਹਨੂੰ ਕੋਈ ਥ੍ਰੈਟ ਮੈਸੇਜ ਨਹੀਂ ਆਉਂਦੇ, ਉਹਨੂੰ ਫੇਸਬੁੱਕ ਦੇ ਉੱਤੇ ਕੋਈ ਭੈੜੀ ਸ਼ਬਦਾਵਲੀ ਜਿਹੜੀ ਆ ਉਹਦਾ ਫੇਸ ਨਹੀਂ ਕਰਨਾ ਪੈਂਦਾ, ਉਹਦਾ ਸਾਹਮਣਾ ਨਹੀਂ ਕਰਨਾ ਪੈਂਦਾ। ਮਗਰ ਜਿਵੇਂ ਹੀ ਤੁਸੀਂ ਇਹ ਲਿਖ ਦਿਓ ਕਿ ਮੈਂ ਇਸ ਬਿੱਲ ਦੇ ਅਗੇਂਸਟ ਹਾਂ ਤਾਂ ਤੁਹਾਨੂੰ ਸਟ੍ਰੇਟ ਵੇ ਕਲੈਕਟਿਵਲੀ ਉਹਦਾ ਕੋਈ ਰਿਸਪੌਂਸ ਜਿਹੜਾ ਤੁਸੀਂ ਦੇਖਦੇ ਹੋ ਉਹ ਰਿਸਪੌਂਸ ਕੋਈ ਸਪੌਂਟੇਨੀਅਸ ਰਿਸਪੌਂਸ ਨਹੀਂ ਹੈ, ਉਹ ਕੋਈ ਸੁਭਾਵਕ ਰਿਸਪੌਂਸ ਨਹੀਂ ਹੈ। ਉਹ ਰਿਸਪੌਂਸ ਕਲੈਕਟਿਵ ਰਿਸਪੌਂਸ ਹੈ, ਬੜਾ ਤਿਆਰ ਕੀਤਾ ਹੋਇਆ ਪਲੈਨਡ ਰਿਸਪੌਂਸ ਹੁੰਦਾ ਆ, ਜਿਹਦੇ ਕਰਕੇ ਤੁਹਾਨੂੰ ਲੱਗੇਗਾ ਕਿ ਸ਼ਾਇਦ ਤੁਹਾਡੇ ਉੱਤੇ ਸਾਰੇ ਹੀ ਐਸੇ ਲੋਕਾਂ ਨੇ ਅਟੈਕ ਕਰਤਾ ਔਰ ਭੈੜੀ ਤੋਂ ਭੈੜੀ ਬੋਲੀ ਦੇ ਵਿੱਚ ਅਟੈਕ ਕਰਤਾ ਕਿ ਤੁਹਾਨੂੰ ਦੇਸ਼ ਧਰੋਹੀ ਤੋਂ ਲੈ ਕੇ ਖਾਲਿਸਤਾਨੀ ਤੋਂ ਲੈ ਕੇ ਭੈੜੇ ਤੋਂ ਭੈੜੇ ਜਿਹੜੇ ਸ਼ਬਦ ਨੇ ਉਹ ਸੁਣਨੇ ਮਿਲਣਗੇ। ਚਾਹੇ ਤੁਸੀਂ ਆਦਮੀ ਹੋ, ਔਰਤ ਹੋ, ਬੱਚੇ ਹੋ, ਬਜ਼ੁਰਗ ਹੋ, ਤੁਹਾਡੀ ਪੂਰੀ ਤਰ੍ਹਾਂ ਇਨਸਲਟ ਕੀਤੀ ਜਾਏਗੀ ਸਿਰਫ ਆਪਣਾ ਇੱਕ ਰਾਏ ਦੇਣ ਦੇ ਉੱਤੇ। ਦੋਸਤੋ, ਔਰ ਹੈਰਾਨੀ ਇਹ ਹੁੰਦੀ ਹੈ ਕਿ ਉਹੀ ਲੋਕ ਨੈਸ਼ਨਲਿਜ਼ਮ ਦੀ ਗੱਲ ਕਰਦੇ ਨੇ, ਉਹੀ ਲੋਕ ਡੈਮੋਕ੍ਰੇਸੀ ਦੀ ਗੱਲ ਕਰਦੇ ਨੇ ਜਿਨ੍ਹਾਂ ਨੂੰ ਸ਼ਾਇਦ ਇੰਡੀਆ ਦੀ ਕੌਨਸਟੀਟਿਊਸ਼ਨ ਦਾ ਪ੍ਰੀਐਂਬਲ ਹੀ ਨਹੀਂ ਪਤਾ, ਜਿਨ੍ਹਾਂ ਲੋਕਾਂ ਨੂੰ ਹਿੰਦੂਇਜ਼ਮ ਦੀ ਫਿਲਾਸਫੀ ਹੀ ਨਹੀਂ ਪਤਾ। ਉਹ ਲੋਕ ਤੁਹਾਨੂੰ ਅੱਜ ਦੇਸ਼ ਭਗਤੀ ਦੀ ਭਾਸ਼ਾ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅੱਜ ਤੁਹਾਨੂੰ ਉਹ ਨੈਸ਼ਨਲਿਜ਼ਮ ਦੀ ਭਾਸ਼ਾ ਜਿਹੜੀ ਆ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ। ਬਹੁਤ ਜ਼ਿਆਦਾ ਅਫਸੋਸ ਹੁੰਦਾ ਹੈ ਕਿ ਲੋਕ ਹਮੇਸ਼ਾ ਹੀ ਕਹਿੰਦੇ ਸੀ ਕਿ ਤੁਸੀਂ ਭੇਡਾਂ ਵਾਂਗ ਇੱਕ ਦੂਜੇ ਨੂੰ ਫੋਲੋ ਨਾ ਕਰੋ। ਇਹ ਬਜ਼ੁਰਗ ਸਾਨੂੰ ਕਹਿੰਦੇ ਰਹੇ ਆ, ਸਾਰਿਆਂ ਨੂੰ ਸੁਣਨ ਨੂੰ ਮਿਲਿਆ। ਮਗਰ ਅੱਜ ਦਾ ਹਾਲਾਤ ਇਹ ਹੈ ਕਿ ਮੀਡੀਆ ਨੇ ਐਸਾ ਰੋਲ ਅਦਾ ਕੀਤਾ ਹੈ ਕਿ ਉਹਨਾਂ ਨੇ ਨਾ ਤੇ ਜੁਝਾਰੂ ਪੈਦਾ ਕੀਤੇ, ਨਾ ਕੋਈ ਹੋਰ ਪੈਦਾ ਕੀਤਾ, ਤੇ ਜੇ ਇਕੱਠੀਆਂ ਕਰਤੀਆਂ ਤੇ ਸਾਰੀਆਂ ਭੇਡਾਂ ਇਕੱਠੀਆਂ ਕਰਤੀਆਂ। ਔਰ ਐਸੀ ਭੇਡ ਚਾਲ ਜਿਹੜੀ ਹੈ ਉਹ ਬਣ ਚੁੱਕੀ ਹੈ ਕਿ ਕੋਈ ਵੀ ਨਾ ਤੇ ਆਪਣਾ ਦਿਮਾਗ ਯੂਜ਼ ਕਰ ਰਿਹਾ ਔਰ ਦੂਸਰਾ ਭੇਡਾਂ ਵਾਂਗ ਇੰਨੇ ਡਰ ਕੇ ਬੈਠੇ ਹੋਏ ਨੇ ਕਿ ਕੋਈ ਵੀ, ਚਾਹੇ ਉਹ ਮੀਡੀਆ ਹੈ, ਚਾਹੇ ਉਹ ਕੋਈ ਪੋਲੀਟੀਕਲ ਲੀਡਰ ਹੈ, ਚਾਹੇ ਕੋਈ ਫਿਲਮ ਇੰਡਸਟਰੀ ਦੇ ਵਿੱਚ ਹੈ, ਚਾਹੇ ਕੋਈ ਕਿਸੇ ਵੀ ਤਰ੍ਹਾਂ ਦਾ ਬੰਦਾ ਹੈ, ਉਹ ਆਪਣੀ ਆਵਾਜ਼ ਹੀ ਨਹੀਂ ਚੁੱਕ ਰਿਹਾ। ਉਹ ਆਪਣੀ
ਕੋਈ ਵੀ ਐਸੀ ਰਾਏ ਹੀ ਨਹੀਂ ਦੇ ਰਿਹਾ, ਔਰ ਅਗਰ ਰਾਏ ਦਿੰਦੇ ਨੇ ਔਰ ਰਾਏ ਜਿਹੜੀ ਹੈ ਉਹ ਹਮੇਸ਼ਾ ਇੱਕ ਹੀ ਹੋਏਗੀ ਕਿ ਇਹ ਬਿੱਲ ਜਿਹੜੇ ਆ ਵਧੀਆ ਨੇ। ਸਾਨੂੰ ਸ਼ਾਇਦ ਸਾਰੀ ਉਮਰ ਅਸੀਂ ਸਾਡੇ ਜਿਹੜੇ ਫਿਲਮ ਇੰਡਸਟਰੀ ਦੇ ਹੀਰੋ ਨੇ, ਸਾਡੀ ਫਿਲਮ ਇੰਡਸਟਰੀ ਦੇ ਲੋਕ ਨੇ, ਉਹਨਾਂ ਨੂੰ ਅਸੀਂ ਹੀਰੋ ਮੰਨਦੇ ਰਹੇ ਹਾਂ, ਮਗਰ ਇਸ ਪ੍ਰੋਟੈਸਟ ਨੇ ਸਿਰਫ ਫਾਰਮ ਬਿੱਲ ਦੀ ਗੱਲ ਨਹੀਂ ਕੀਤੀ। ਇਹ ਬਿੱਲ ਜਿਹੜੇ ਆ ਇਹਨਾਂ ਨੇ ਬਹੁਤ ਵੱਡੇ ਕੁਐਸਚਨ ਜਿਹੜੇ ਆ ਉਹਨਾਂ ਨੂੰ ਵੀ ਖੜਾ ਕਰਤਾ। ਡੈਮੋਕ੍ਰੇਸੀ ਦੀ ਡੈਫੀਨੇਸ਼ਨ ਦੇ ਉੱਤੇ ਕੁਐਸਚਨ ਮਾਰਕ ਹੈ, ਸਾਡੇ ਫਰੀडम ਆਫ ਸਪੀਚ ਜਿਹੜੀ ਆ ਉਹਦੇ ਉੱਤੇ ਕੁਐਸਚਨ ਮਾਰਕ ਹੈ, ਡਿਵੀਜ਼ਨ ਜਿਹੜੀਆਂ ਵਰਲਡ ਓਵਰ ਇੰਡੀਅਨਸ ਦੀਆਂ ਹੋ ਚੁੱਕੀਆਂ ਨੇ ਉਹਨਾਂ ਦਾ ਕੁਐਸਚਨ ਮਾਰਕ ਹੈ, ਔਰ ਦੇਸ਼ ਭਗਤੀ ਦੀ ਔਰ ਐਂਟੀ ਨੈਸ਼ਨਲਿਜ਼ਮ ਦਾ ਇੱਕ ਜਿਹੜੇ ਡਿਵੀਜ਼ਨ ਹਰ ਚੀਜ਼ ਦੇ ਵਿੱਚ ਯੂਜ਼ ਹੋਣਾ ਸ਼ੁਰੂ ਹੋ ਗਿਆ ਹੈ, ਉਹਦੇ ਉੱਤੇ ਕੁਐਸਚਨ ਮਾਰਕ ਹੈ। ਸੋ ਇਹ ਫਾਰਮ ਬਿੱਲ ਸਿਰਫ ਖੇਤੀਬਾੜੀ ਜਾਂ ਇੱਕ MSP ਤੱਕ ਨਹੀਂ ਹੁਣ ਸੀਮਤ ਰਹਿ ਗਏ, ਇਹਨਾਂ ਦਾ ਸੀਮਾ ਜਿਹੜੀਆਂ ਨੇ ਉਹ ਇੰਟਰਨੈਸ਼ਨਲ ਲੈਵਲ 'ਤੇ ਪਹੁੰਚ ਚੁੱਕੀਆਂ ਨੇ। ਚਾਹੇ ਰਿਹਾਨਾ ਦਾ ਉਹ ਟਵੀਟ ਹੋਏ, ਚਾਹੇ ਉਹ ਗ੍ਰੇਟਾ ਥਨਬਰਗ ਦਾ ਟਵੀਟ ਹੋਏ, ਜਿਵੇਂ ਅਸੀਂ ਸਬੂਤ ਦਿੱਤਾ ਹੈ ਉਹਨਾਂ ਨੂੰ ਜਵਾਬ ਦੇ ਕੇ, ਗੰਦੀ ਸ਼ਬਦਾਵਲੀ ਯੂਜ਼ ਕਰਕੇ, ਭੈੜੀ ਤੋਂ ਭੈੜੀ ਚੀਜ਼ ਦੇ ਕੇ, ਸ਼ਾਇਦ ਅਸੀਂ ਬਹੁਤ ਵੱਡਾ ਇੰਡੀਆ ਦੀ ਇਮੇਜ ਨੂੰ ਡੈਮੇਜ ਕੀਤਾ ਹੈ। ਔਰ ਹੈਰਾਨੀ ਇਸ ਚੀਜ਼ ਦੀ ਹੁੰਦੀ ਹੈ ਕਿ ਜੋ ਲੋਕ ਐਕਚੁਅਲੀ ਇੰਡੀਆ ਦੀ ਇਮੇਜ ਜਿਹੜੀ ਆ ਐਸੀ ਲੈਂਗੁਏਜ ਯੂਜ਼ ਕਰਕੇ, ਐਸੇ ਰਿਐਕਸ਼ਨਸ ਦੇ ਕੇ ਉਹ ਖਰਾਬ ਕਰ ਰਹੇ ਨੇ, ਉਹਨਾਂ ਨੂੰ ਅੱਜ ਦੇਸ਼ ਭਗਤ ਮੰਨਿਆ ਜਾ ਰਿਹਾ। ਔਰ ਜੋ ਲੋਕ ਐਕਚੁਅਲੀ ਡੈਮੋਕ੍ਰੇਸੀ ਦੀ ਗੱਲ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਜੇਲ੍ਹ 'ਚ ਦਿੱਤਾ ਜਾ ਰਿਹਾ, ਚਾਹੇ ਉਹ ਨਵਦੀਪ ਕੌਰ ਹੋਏ ਅਤੇ ਚਾਹੇ ਉਹ ਦਿਸ਼ਾ ਰਵੀ ਹੋਏ ਅਤੇ ਚਾਹੇ ਉਹ ਮਨਦੀਪ ਪੂਨੀਆ ਹੋਏ। ਸੱਚ ਬੋਲਣ ਵਾਲਾ ਬੰਦਾ, ਸੱਚ ਦਿਖਾਉਣ ਵਾਲਾ ਬੰਦਾ ਅੱਜ ਐਂਟੀ ਨੈਸ਼ਨਲ ਹੈ। ਇਸੇ ਤਰ੍ਹਾਂ ਦੇ ਹਾਲਾਤ ਜਿਹੜੇ ਹੈ ਉਹ 1970 ਦੇ ਦਹਾਕੇ ਦੇ ਵਿੱਚ ਵੀ ਹੁੰਦੇ ਸੀ। ਉਸ ਟਾਈਮ ਕਾਂਗਰਸ ਨੇ 350 ਤੋਂ ਉੱਪਰ ਸੀਟਾਂ ਲਈਆਂ ਸੀਗੀਆਂ, ਪੁਰਜ਼ੋਰ ਮੈਜੋਰਿਟੀ ਸੀ, ਔਰ 1971 ਦੀ ਲੜਾਈ ਦੀ ਵੇਵ ਔਰ ਉਹਦੇ ਨਾਲ ਇੰਦਰਾ ਗਾਂਧੀ ਜੀ ਦੀ ਇਮੇਜ ਜਿਹੜੀ ਸੀਗੀ ਉਹ ਦੁਰਗਾ ਮਾਂ ਦੀ ਬਣ ਗਈ ਸੀ, ਔਰ ਸ਼ਾਇਦ ਉਹ ਇਮੇਜ ਜਿਹੜੀ ਹੈ ਉਹਨਾਂ ਦੇ ਸਿਰ ਨੂੰ ਚੜੀ, ਉਹਨਾਂ ਕੋਲ ਸੰਭਾਲੀ ਨਹੀਂ ਗਈ, ਔਰ ਉਸ ਟਾਈਮ ਵੀ ਜੋ ਅੱਜ ਦੇ ਹਾਲਾਤ ਨੇ ਇਵੇਂ ਹੀ ਬਣੇ ਸੀ। ਹਰ ਉਸ ਖਬਰ ਨੂੰ ਨੱਪਿਆ ਜਾਂਦਾ ਸੀ ਜੋ ਕਿ ਸੱਚ ਸੀ, ਹਰ ਉਸ ਬੰਦੇ ਨੂੰ ਜੇਲ੍ਹ ਹੁੰਦੀ ਸੀ ਜੋ ਸੱਚ ਬੋਲ ਰਿਹਾ ਸੀ, ਔਰ ਅੱਜ ਵੀ ਐਸੇ ਹਾਲਾਤ ਕ੍ਰੀਏਟ ਕੀਤੇ ਜਾ ਰਹੇ ਨੇ ਕਿ ਜੋ ਲੋਕ ਇੱਥੇ ਨੇ ਚਾਹੇ ਦੇਸ਼ ਤੋਂ ਬਾਹਰ ਨੇ ਉਹਨਾਂ ਨੂੰ ਇਹ ਡਰ ਪੈਦਾ ਕੀਤਾ ਜਾ ਰਿਹਾ ਹੈ। ਮੈਸੇਜਸ ਆਉਂਦੇ ਨੇ ਕਿ ਤੁਸੀਂ ਇੰਡੀਆ ਆਓ, ਕਿਸੇ ਨੂੰ ਖ਼ਤਮ ਕਰ ਦਿੱਤਾ ਜਾਏਗਾ, ਕਿਸੇ ਨੂੰ ਦਿੱਲੀ ਏਅਰਪੋਰਟ 'ਤੇ ਫੜਾ ਦਿੱਤਾ ਜਾਏਗਾ, ਔਰ ਉਹਦੇ ਕਰਕੇ ਕੁਝ ਅਸਰ ਵੀ ਹੋਇਆ। ਜੋ ਲੋਕ ਸ਼ੁਰੂ ਦੇ ਵਿੱਚ ਸੋਸ਼ਲ ਮੀਡੀਆ 'ਤੇ ਫਾਰਮਰ ਪ੍ਰੋਟੈਸਟ ਦੀ ਸਪੋਰਟ ਕਰਦੇ ਸੀਗੇ, ਅੱਜ ਜਦੋਂ ਅਸੀਂ ਗੌਰ ਨਾਲ ਦੇਖਦੇ ਹਾਂ ਤਾਂ ਉਹਦੇ ਵਿੱਚੋਂ ਕਈ ਲੋਕ ਚੁੱਪ ਕਰ ਚੁੱਕੇ ਨੇ। ਉਹਨਾਂ ਦੇ ਵਿੱਚ ਚਾਹੇ ਕੈਨੇਡਾ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਸਾਹਿਬ ਹੋਣ, ਦਸੰਬਰ ਦੇ ਬਿਆਨ ਔਰ ਫਰਵਰੀ ਦੇ ਬਿਆਨ ਦੇ ਵਿੱਚ ਅੰਤਰ ਹੈ। ਸ਼ਾਇਦ ਇਹ ਕੋਵਿਡ ਡਿਪਲੋਮੇਸੀ ਜਿਹੜੀ ਹੈ ਉਹ ਕੰਮ ਕਰ ਰਹੀ ਹੈ, ਕਿਉਂਕਿ ਇਸ ਵੇਲੇ ਕੋਵਿਡ ਦੀ ਦਵਾਈ ਜਿਹੜੀ ਆ ਉਹਦੇ ਵੈਕਸੀਨ ਜਿਹੜੀ ਆ ਉਹਦੀ ਸਾਰਿਆਂ ਨੂੰ ਲੋੜ ਹੈ। ਸਾਡੇ ਇੱਥੋਂ ਦੇ ਪੋਲੀਟੀਸ਼ੀਅਨਸ, ਕੁਛ ਮੈਂਬਰ ਪਾਰਲੀਮੈਂਟਸ ਜਿਨ੍ਹਾਂ ਨੇ ਉਸ ਟਾਈਮ ਪ੍ਰਧਾਨ ਮੰਤਰੀ ਜੀ ਦੇ ਨਾਲ ਕਿਸਾਨਾਂ ਦੇ ਬਿੱਲਾਂ ਦੀ ਸਪੋਰਟ ਕੀਤੀ, ਉਹਦੇ ਬਾਅਦ ਚੁੱਪ ਨੇ। ਇੰਟਰਨੈਸ਼ਨਲ ਮੀਡੀਆ ਉਹ ਵੀ ਕਈ ਵਾਰ ਇਹਨਾਂ ਉੱਤੇ ਚੁੱਪ ਹੈ। ਉਹਦਾ ਕਾਰਨ ਬੜਾ ਸਿੰਪਲ ਹੈ ਕਿ ਧਨਾੜ ਜਿਹੜੇ ਨੇ, ਵੱਡੇ ਵੱਡੇ ਘਰਾਣੇ ਜਿਹੜੇ ਆ, ਉਹ ਮੀਡੀਆ ਸਿਰਫ ਇੰਡੀਆ ਦੇ ਵਿੱਚ ਹੀ ਕੰਟਰੋਲ ਨਹੀਂ ਕਰਦੇ, ਬਾਹਰ ਕਈ ਦੇਸ਼ਾਂ ਦੇ ਵਿੱਚ ਵੀ, ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵੀ ਜਿਹੜੇ ਅਮੀਰ ਲੋਕ ਨੇ ਜਿਨ੍ਹਾਂ ਨੇ ਇੰਪੋਰਟ ਐਕਸਪੋਰਟ ਕਰਨਾ ਹੈ, ਉਹ ਲੋਕ ਵੀ ਜਿਹੜਾ ਆ ਉਹ ਮੀਡੀਆ ਨੂੰ ਕੰਟਰੋਲ ਕਰਦੇ ਨੇ। ਸਾਨੂੰ ਇਤਿਹਾਸ ਕਦੀ ਨਹੀਂ ਭੁੱਲਣਾ ਚਾਹੀਦਾ। 1965 ਦੇ ਵਿੱਚ ਵੀ
ਇੰਡੀਆ ਦੇ ਵਿੱਚ ਜਦੋਂ ਖਾਣ ਨੂੰ ਪੂਰੀ ਕਣਕ ਨਹੀਂ ਸੀ ਔਰ ਲਾਲ ਬਹਾਦਰ ਸ਼ਾਸਤਰੀ ਜੀ ਨੇ ਜੈ ਜਵਾਨ ਔਰ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ, ਉਸ ਟਾਈਮ ਵੀ ਅਮਰੀਕਾ ਤੋਂ ਕਣਕ ਮੰਗਾ ਕੇ ਇੰਡੀਆ ਦੇ ਵਿੱਚ ਕਣਕ ਦੀ ਰਿਕੁਆਇਰਮੈਂਟ ਪੂਰੀ ਕੀਤੀ ਗਈ। ਤੇ ਦੋਸਤੋ, ਸਾਨੂੰ ਇਹਨਾਂ ਖਬਰਾਂ ਦੀਆਂ ਪਿੱਛੇ ਕਹਾਣੀਆਂ ਜਿਹੜੀਆਂ ਨੇ ਇਸੇ ਕਰਕੇ ਸਮਝਣੀਆਂ ਬਹੁਤ ਜ਼ਰੂਰੀ ਨੇ। ਔਰ ਰੇਡੀਓ ਜ਼ਿੰਦਾਬਾਦ ਤੋਂ ਅਸੀਂ ਤੁਹਾਨੂੰ ਉਹ ਕਹਾਣੀਆਂ ਪਿੱਛੇ ਵਾਲੀਆਂ ਦੱਸਣੀਆਂ ਤਾਂ ਜ਼ਰੂਰੀ ਸਮਝਦੇ ਹਾਂ ਤਾਂ ਕਿ ਸਾਨੂੰ ਸਾਹਮਣੇ ਜੋ ਚੀਜ਼ ਹੋ ਰਹੀ ਹੈ ਉਹਦੀ ਪਿੱਛੇ ਉਹਦੇ ਬੈਕਗਰਾਊਂਡ ਕੀ ਹੈ, ਉਹ ਕਿਉਂ ਹੋ ਰਹੀ ਹੈ ਔਰ ਕਿਉਂ ਕਰਨਾ ਚਾਹੁੰਦੀਆਂ ਨੇ ਸਰਕਾਰਾਂ, ਚਾਹੇ ਉਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੋਏ, ਚਾਹੇ ਉਹ ਅਮਰੀਕਾ ਹੋਏ, ਚਾਹੇ ਉਹ ਇੰਗਲੈਂਡ ਹੋਏ, ਚਾਹੇ ਉਹ ਕੈਨੇਡਾ ਹੋਏ। ਇਸ ਕਰਕੇ ਅਗਰ ਫਾਰਮ ਬਿੱਲ ਦੀ ਸਹੀ ਸਪੋਰਟ ਤੁਸੀਂ ਚਾਹੁੰਦੇ ਹੋ, ਫਾਰਮਰਸ ਦੇ ਤੁਸੀਂ ਨਾਲ ਖੜਨਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਲੈਵਲ 'ਤੇ ਕੰਮ ਕਰਨਾ ਪਏਗਾ। ਤੁਹਾਨੂੰ ਸਾਰਿਆਂ ਨੂੰ ਆਪਣੇ ਜਸਟਿਸ ਲਈ ਲੜਾਈ ਲੜਨੀ ਪਏਗੀ। ਇਸ ਚੀਜ਼ ਦੀ ਉਮੀਦ ਕਿ ਫੋਰਨ ਦੀਆਂ ਸਰਕਾਰਾਂ ਜਾਂ ਉਹ ਜਿਹੜੀਆਂ ਨੇ ਉਹ ਕੋਈ ਵੀ ਪ੍ਰੈਸ਼ਰ ਪਾਉਣਗੀਆਂ, ਉਹ ਸ਼ਾਇਦ ਉਮੀਦ ਕਰਨੀ ਗਲਤ ਹੋਏਗੀ। ਜਿੱਥੇ ਪੰਜਾਬੀ ਮੂਲ ਦੇ ਲੋਕ ਜ਼ਿਆਦਾ ਹੋਣਗੇ, ਉੱਥੋਂ ਦੇ ਮੇਅਰ, ਉੱਥੋਂ ਦੇ ਕੁਛ ਲੋਕ, ਉੱਥੋਂ ਦੇ ਪੋਲੀਟੀਸ਼ੀਅਨ ਸ਼ਾਇਦ ਇਹ ਬਿਆਨ ਦੇ ਦੇਣ, ਚਾਹੇ ਉਹ ਸਿਟੀ ਦੇ ਮੇਅਰ ਹੋਣ, ਕਿ ਅਸੀਂ ਇਹ ਸਪੋਰਟ ਕਰਦੇ ਹਾਂ, ਮਗਰ ਉਸ ਸਟੇਟਮੈਂਟ ਦੀ ਵੈਲਿਊ ਉਨੀ ਨਹੀਂ ਹੈ ਜਿੰਨੀ ਕਿ ਸੋਸ਼ਲ ਮੀਡੀਆ ਦੀ ਵੈਲਿਊ ਹੈ, ਜਿੰਨੀ ਕਿ ਪਰਸਨੈਲਿਟੀਜ਼ ਦੇ ਟਵੀਟ ਕਰਨ ਦੀ ਵੈਲਿਊ ਹੈ। 2 ਟਵੀਟਸ ਨੇ ਫਰਵਰੀ ਦੇ ਸ਼ੁਰੂ ਦੇ ਵਿੱਚ ਸਾਰਾ ਇੰਡੀਅਨ ਮੀਡੀਆ ਸਿਸਟਮ ਹਿਲਾ ਕੇ ਰੱਖਤਾ। ਮਗਰ ਹਾਸਾ ਵੀ ਆਉਂਦਾ ਔਰ ਅਫਸੋਸ ਵੀ ਹੁੰਦਾ ਹੈ ਕਿ ਰਿਹਾਨਾ ਨੂੰ ਤਾਂ ਟਵੀਟ ਕਰਨ ਲਈ ਕੋਈ ਚਾਰਜਸ ਨਹੀਂ ਲੱਗੇ। ਗ੍ਰੇਟਾ ਥਨਬਰਗ ਸਵੀਡਨ ਦੇ ਵਿੱਚ ਆਰਾਮ ਨਾਲ ਫਿਰ ਰਹੀ ਹੈ, ਉਹਦੇ ਉੱਤੇ ਕੋਈ ਪ੍ਰੈਸ਼ਰ ਨਹੀਂ ਹੈ ਅਦਰ ਦੈਨ ਕਿ ਉਹਨਾਂ ਦੇ ਜਵਾਬ ਜਿਹੜੇ ਉਹਨਾਂ ਨੂੰ ਸੁਣਨੇ ਪਏ, ਉਹ ਗੰਦੀ ਸ਼ਬਦਾਵਲੀ ਦੇ ਸੁਣਨੇ ਪਏ। ਮਗਰ ਮੋਹ ਧਾਲੀਵਾਲ, ਕਿਉਂਕਿ ਉਹ ਕੈਨੇਡੀਅਨ ਹੈ, ਇੱਕ ਪਰਟੀਕੂਲਰ ਤਬਕੇ ਨੂੰ ਬਿਲੋਂਗ ਕਰਦਾ, ਉਹਦੇ ਉੱਤੇ ਸਾਰਾ ਜਿਹੜਾ ਆ ਦੋਸ਼ ਉਹਦੇ 'ਤੇ ਲਾਤਾ ਗਿਆ ਕਿ ਉਹਨੇ ਹੀ ਰਿਹਾਨਾ ਨੂੰ ਪੈਸੇ ਦਿੱਤੇ ਔਰ ਟਵੀਟ ਕਰਾਇਆ, ਉਹਨੇ ਹੀ ਗ੍ਰੇਟਾ ਥਨਬਰਗ ਨੂੰ। ਸੋ ਇਹ ਸਾਰਾ ਕੁਛ ਸਾਰੇ ਪਾਸੇ ਜਿਹੜੇ ਤਗੜੇ ਲੋਕ ਨੇ ਉਹਨਾਂ ਨੂੰ ਤਾਂ ਕਿਸੇ ਨੇ ਹੱਥ ਪਾਇਆ ਨਹੀਂ, ਮਗਰ ਇੱਕ ਆਮ ਬੰਦਾ ਜਿਹੜਾ ਆ ਉਹਨੂੰ ਹੱਥ ਪਾ ਕੇ ਜਾਂ ਉਹਦੇ ਉੱਤੇ ਸਾਰਾ ਦੋਸ਼ ਲਾ ਕੇ ਉਹਨਾਂ 2 ਪਰਸਨੈਲਿਟੀਜ਼ ਨੂੰ ਮਾਫ ਕਰਤਾ ਗਿਆ। ਮਜ਼ਾ ਤਦ ਹੈ ਕਿ ਅਗਰ ਰਿਹਾਨਾ ਨੇ ਟਵੀਟ ਕੀਤਾ ਤੇ ਉਹਦੇ ਅਗੇਂਸਟ ਚਾਰਜ ਸ਼ੀਟ ਬਣਾਉਣ। ਮਜ਼ਾ ਤਦ ਹੈ ਕਿ ਉਹਦੀ ਸਰਕਾਰ ਨੂੰ ਅਮਰੀਕਾ ਨੂੰ ਅਪਰੋਚ ਕਰਨ ਕਿ ਰਿਹਾਨਾ ਨੂੰ, ਕਿਉਂਕਿ ਉਹਨੇ ਸਾਡੇ ਦੇਸ਼ ਦੇ ਨਾਲ ਉੱਥੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਰਿਹਾਨਾ ਦੇ ਉੱਤੇ ਅਸੀਂ ਉਹਨੂੰ ਅਰੈਸਟ ਕਰਨਾ ਚਾਹੁੰਦੇ ਹਾਂ। ਮਗਰ ਇਹ ਬਿਆਨ ਕਦੀ ਨਹੀਂ ਆਏਗਾ। ਕਿਉਂ? ਕਿਉਂਕਿ ਮਨਦੀਪ ਪੂਨੀਆ ਇੱਕ ਆਮ ਜਰਨਲਿਸਟ ਹੈ, ਉਹਨੂੰ ਜੇਲ੍ਹ 'ਚ ਦਿੱਤਾ ਜਾ ਸਕਦਾ ਹੈ। ਜੀਤ ਸਿੰਘ, ਕਿਉਂਕਿ ਉਹਨੇ ਭਾਰਤ ਲਈ 3 ਲੜਾਈਆਂ ਲੜੀਆਂ ਨੇ, ਬਜ਼ੁਰਗ ਹੈ, ਉਹ ਵੈਟਰਨ ਹੈ, ਉਹਨੂੰ ਅਸੀਂ ਕੁੱਟਮਾਰ ਕਰ ਸਕਦੇ ਹਾਂ। ਉਹਨੂੰ ਅਸੀਂ ਰੋਟੀ ਖਾਂਦੇ ਨੂੰ ਚੁੱਕ ਕੇ ਉਹਨੂੰ ਅਸੀਂ ਜੇਲ੍ਹ 'ਚ ਦੇ ਸਕਦੇ ਹਾਂ, ਕਿਉਂਕਿ ਅਸੀਂ ਉਹਨਾਂ ਨੂੰ ਹੱਥ ਨਹੀਂ ਪਾ ਸਕਦੇ ਜੋ ਤਗੜੇ ਨੇ। ਸ਼ਾਇਦ ਨਵੀਂ ਡੈਫੀਨੇਸ਼ਨ ਜਿਹੜੀ ਡੈਮੋਕ੍ਰੇਸੀ ਦੀ ਹੈ ਉਹ ਇਸੇ ਤਰ੍ਹਾਂ ਲਿਖੀ ਜਾਏਗੀ ਕਿ ਜੋ ਲੋਕ ਤਗੜੇ ਨੇ ਉਹਨਾਂ ਨੂੰ, ਅਰਨਬ ਗੋਸਵਾਮੀ ਨੂੰ ਤਾਂ ਸੁਪਰੀਮ ਕੋਰਟ ਵੀ ਬੇਲ ਦੇਵੇਗਾ ਆਊਟ ਆਫ ਵੇ ਜਾ ਕੇ। ਜੇ ਗਿਫਟ ਸਿਟੀ ਜਿਹੜਾ ਸਿੰਗਾਪੁਰ ਦਾ ਇੱਕ ਪਲਾਨ ਜਿਹੜਾ ਗੁਜਰਾਤ ਵਿੱਚ ਫੇਲ ਹੁੰਦਾ ਹੈ, ਜੇ ਕੋਈ ਸਾਧੂ ਜੋ ਬੀਜੇਪੀ ਦੀ ਸਪੋਰਟ ਕਰਦਾ ਉਹ 150 ਕਰੋੜ ਜਿਹੜਾ ਆ ਉਹਦਾ ਘਪਲਾ ਕਰਦਾ, ਉਹ ਤਾਂ ਮਾਫ ਹੈ। ਜੇ 29% ਸਰਕਾਰ ਦੇ MPs ਕ੍ਰਿਮੀਨਲ ਚਾਰਜ ਲੱਗੇ ਹੋਏ ਨੇ ਜਿਨ੍ਹਾਂ ਦੇ, ਉਹ ਸਰਕਾਰ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਦੇਸ਼ ਲਈ ਕਾਨੂੰਨ ਬਣਾਉਣ ਦੇ ਜ਼ਿੰਮੇਵਾਰ ਨੇ ਇੱਕ ਕ੍ਰਿਮੀਨਲ ਚਾਰਜਸ ਦੇ ਨਾਲ, ਤੇ ਇਹ ਸ਼ਾਇਦ ਇੱਕ ਨਵੀਂ ਡੈਮੋਕ੍ਰੇਸੀ ਦੀ ਪਰਿਭਾਸ਼ਾ ਹੋਏਗੀ। ਇਹ ਡੈਮੋਕ੍ਰੇਸੀ ਦੀ ਪਰਿਭਾਸ਼ਾ ਹੀ ਨਵੇਂ ਤਰੀਕੇ ਨਾਲ ਲਿਖੀ ਜਾ ਰਹੀ ਹੈ ਕਿ ਜਿਹਦੇ ਵਿੱਚ ਅਗਰ ਤੁਸੀਂ ਹਾਂ ਨਾ ਹਾਂ ਮਿਲਾਓਗੇ
ਤਾਂ ਤੁਸੀਂ ਦੇਸ਼ ਭਗਤ ਹੋਗੇ। ਅਗਰ ਤੁਸੀਂ ਕਿਸੇ ਵੀ ਚੀਜ਼ ਤੇ ਇਤਰਾਜ਼ ਜਤਾਤਾ ਸੋ ਤੁਸੀਂ ਦੇਸ਼ ਧਰੋਹੀ ਹੋ ਗਏ ਔਰ ਤੁਹਾਡੇ ਉੱਤੇ ਸੈਡੇਸ਼ਨ ਦੇ ਚਾਰजेस ਲੱਗ ਸਕਦੇ ਨੇ। ਮੈਂ ਸਾਰੇ ਸਰੋਤਿਆਂ ਲਈ ਸਿਰਫ ਜਾਣਕਾਰੀ ਦੇਣਾ ਚਾਹੁੰਦਾ ਕਿ ਇਹ ਨਹੀਂ ਹੈ ਕਿ ਇਹਦੇ ਵਿੱਚ ਬੀਜੇਪੀ ਸਰਕਾਰ ਨੇ ਸਿਰਫ ਇਹਨਾਂ ਚੀਜ਼ਾਂ ਦਾ ਦੁਰਉਪਯੋਗ ਕੀਤਾ, ਟਾਡਾ ਦਾ ਇਸਤੇਮਾਲ ਕਾਂਗਰਸ ਨੇ ਵੀ ਕੀਤਾ, ਮਗਰ 30% ਜ਼ਿਆਦਾ ਕੇਸ ਜਿਹੜੇ ਆ ਉਹ ਰਜਿਸਟਰ ਹੋ ਚੁੱਕੇ ਨੇ ਇਸ ਸਰਕਾਰ ਦੇ ਅਗੇਂਸਟ। ਇਹ ਸਰਕਾਰ ਨੇ ਜਿਹੜੇ ਸੈਡੇਸ਼ਨ ਚਾਰजेस ਲੋਕਾਂ ਤੇ ਲਾਏ ਆ ਦੇਸ਼ ਧਰੋਹੀ ਦੇ 30% ਉਹ ਜ਼ਿਆਦਾ ਨੇ ਪਿਛਲੀਆਂ ਸਰਕਾਰਾਂ ਨਾਲੋਂ। ਔਰ ਨਾਲ ਹੀ ਜਿਹੜੀ ਇੰਟਰਨੈਸ਼ਨਲ ਬਾਡੀ ਹੈ ਜਿੱਥੇ ਕਿ ਰੈਂਕਿੰਗ ਹੁੰਦੀ ਹੈ ਦੇਸ਼ਾਂ ਦੀ, ਜਿੱਥੇ ਕਿ ਫਰੀडम ਆਫ ਪ੍ਰੈਸ ਦੇ ਉੱਤੇ ਜਿਹੜੀ ਆ ਸਾਡੀ ਰੈਂਕਿੰਗ ਸ਼ੁਰੂ ਹੁੰਦੀ ਹੈ, 180 ਦੇਸ਼ਾਂ ਵਿੱਚ ਭਾਰਤ ਦੀ ਰੈਂਕਿੰਗ ਇਸ ਵੇਲੇ 142 ਹੈ। 142 ਨੰਬਰ ਹੈ ਸਾਡਾ 180 ਦੇਸ਼ਾਂ ਵਿੱਚੋਂ। ਔਰ ਜੇ 180 ਦੇਸ਼ਾਂ ਦੀ ਬਾਕੀ ਜਿਹੜੀ 142 ਤੋਂ ਬਾਅਦ ਦੀ ਲਿਸਟ ਵੇਖੋ ਤੇ ਉਹਦੇ ਵਿੱਚੋਂ ਬਹੁਤੇ ਦੇਸ਼ ਸ਼ਾਇਦ ਐਸੇ ਨੇ ਜਿੱਥੇ ਗੁੰਡਾ ਰਾਜ ਹੈ, ਐਸੇ ਦੇਸ਼ ਨੇ ਜਿਨ੍ਹਾਂ ਦੀ ਅਸੀਂ ਉਦਾਹਰਨ ਵੀ ਨਹੀਂ ਦਿੰਦੇ, ਐਸੇ ਦੇਸ਼ ਨੇ ਜਿਨ੍ਹਾਂ ਨੂੰ ਅਸੀਂ ਨਾ ਡਿਵੈਲਪ ਸਮਝਦੇ ਹਾਂ, ਔਰ ਨਾ ਹੀ ਐਸੇ ਦੇਸ਼ ਨੇ ਜਿਹੜੇ ਕਿ ਕਿਸੇ ਵੀ ਇੰਟਰਨੈਸ਼ਨਲ ਫੋਰਮ ਦੇ ਵਿੱਚ ਕਿਤੇ ਮੈਂਬਰ ਨੇ। 142ਵਾਂ ਸਾਡਾ ਜਿਹੜਾ ਆ ਰੈਂਕ ਹੈ ਫਰੀडम ਆਫ ਪ੍ਰੈਸ ਵਿੱਚ। ਔਰ ਫਿਰ ਵੀ ਮੈਂ ਉਹਨਾਂ ਨੂੰ ਕੁਐਸਚਨ ਕਰਨਾ ਚਾਹੁੰਦਾ ਜੋ ਲੋਕ ਦੇਸ਼ ਭਗਤੀ ਦਾ ਨਮੂਨਾ ਦੇਣ ਦੀ ਕੋਸ਼ਿਸ਼ ਕਰਦੇ ਨੇ, ਜੋ ਉਹਨਾਂ ਲੋਕਾਂ ਨੂੰ ਕੁਐਸਚਨ ਕਰਦੇ ਨੇ ਦੇਸ਼ ਐਜ਼ ਐਂਟੀ ਨੈਸ਼ਨਲ ਕਹਿ ਕੇ, ਕਿ ਉਹਨਾਂ ਲੋਕਾਂ ਨੂੰ ਕਿਵੇਂ ਉਹ ਜਸਟੀਫਾਈ ਕਰ ਰਹੇ ਨੇ ਕਿ ਡੈਫੀਨੇਟਲੀ ਇੰਡੀਆ ਦੇ ਵਿੱਚ ਅੱਜ ਫਰੀडम ਆਫ ਸਪੀਚ ਹੈ, ਫਰੀडम ਆਫ ਪ੍ਰੈਸ ਹੈ। ਔਰ ਜੇ ਕੋਈ ਇਨਸਾਨ, ਜੇ ਕੋਈ ਮੀਡੀਆ ਇਹ ਗੱਲ ਕਰਦਾ ਹੈ ਕਿ ਉੱਥੇ ਬੋਲਣ ਦਾ ਰਾਈਟ ਨਹੀਂ ਹੈ, ਉਹਨੂੰ ਤੁਸੀਂ ਸਟ੍ਰੇਟ ਵੇ ਐਂਟੀ ਨੈਸ਼ਨਲ ਡਿਕਲੇਅਰ ਕਰ ਦਿੰਦੇ ਹੋ। ਮੈਂ ਸਵਾਲ ਇਹ ਕਰਨਾ ਚਾਹੁੰਦਾ ਰੇਡੀਓ ਜ਼ਿੰਦਾਬਾਦ ਤੋਂ ਕਿ ਕੀ ਸੱਚ ਨੂੰ ਸੱਚ ਕਹਿਣਾ ਐਂਟੀ ਨੈਸ਼ਨਲ ਹੈ? ਇਹ ਇੱਕ ਓਫੀਸ਼ੀਅਲ ਰਿਪੋਰਟ ਹੈ ਕਿ 142ਵਾਂ ਨੰਬਰ ਇੰਡੀਆ ਦਾ ਪ੍ਰੈਸ ਦੇ ਵਿੱਚ ਹੈ। ਇਹ ਰਿਪੋਰਟ ਜਿਹੜੀ ਹੈ ਇਹ ਵਰਲਡ 'ਚ ਅਵੇਲੇਬਲ ਹੈ। ਜੇ ਕੋਈ ਇਨਸਾਨ ਇਹ ਕਹਿੰਦਾ ਕਿ ਇੰਡੀਆ ਦੇ ਵਿੱਚ ਫਰੀडम ਆਫ ਸਪੀਚ ਨਹੀਂ ਹੈ, ਫਰੀडम ਆਫ ਪ੍ਰੈਸ ਨਹੀਂ ਹੈ, ਸੋ ਉਹਦੇ 'ਚ ਗਲਤ ਕੀ ਹੈ? ਕਿਉਂ ਉਹਨੂੰ ਐਂਟੀ ਨੈਸ਼ਨਲ ਸਮਝਿਆ ਜਾ ਰਿਹਾ? ਉਹ ਸੱਚ ਬੋਲ ਰਿਹਾ। ਕੀ ਡੈਮੋਕ੍ਰੇਸੀ ਦੀ ਨਵੀਂ ਭਾਸ਼ਾ ਜਿਹੜੀ ਹੈ ਉਹ ਇਹ ਹੋਏਗੀ ਕਿ ਜੇ ਤੁਸੀਂ ਸੱਚ ਬੋਲੋਗੇ ਤਾਂ ਤੁਸੀਂ ਜੇਲ੍ਹ 'ਚ ਜਾਓਗੇ? ਸਾਡੇ ਬਹੁਤ ਸਾਰੇ ਜਿਹੜੇ ਸਰੋਤੇ ਨੇ ਉਹ ਕਾਲ ਕਰਨ ਦੀ ਸਾਨੂੰ ਕੋਸ਼ਿਸ਼ ਕਰਦੇ ਨੇ। ਮੈਂ ਸਾਰਿਆਂ ਨੂੰ ਸਟੂਡੀਓ ਦਾ ਨੰਬਰ ਫੇਰ ਦੇਣਾ ਚਾਹੁੰਦਾ, 416 620 1778 64717778। ਔਰ ਸਟੂਡੀਓ ਦੇ ਨੰਬਰ ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰੋ, ਆਪਣੇ ਵਿਚਾਰ ਜਿਹੜੇ ਸ਼ੇਅਰ ਕਰੋ, ਬਿਕੋਜ਼ ਮੈਨੂੰ ਬਹੁਤ ਸਾਰੇ ਜਿਹੜੀਆਂ ਕਾਲਸ ਨੇ ਉਹ ਮੇਰੇ ਸੈੱਲ ਫੋਨ ਦੇ ਉੱਤੇ ਜਿਹੜੀਆਂ ਨੇ ਆਉਂਦੀਆਂ ਨੇ, ਤੇ ਮੈਂ ਸਾਰਿਆਂ ਹੀ ਨੂੰ ਰਿਕੁਐਸਟ ਕਰਦਾ ਕਿ ਤੁਸੀਂ ਅਗਰ ਆਪਣਾ ਵਿਚਾਰ ਦੇਣਾ ਚਾਹੁੰਦੇ ਹੋ ਤੇ ਸਾਡੇ ਸਟੂਡੀਓ ਦੇ ਨੰਬਰ ਜਿਹੜੇ ਆ ਉਹਦੇ ਤੇ ਕਾਲ ਕਰੋ, 4166201778 416 620 1778। ਤੇ ਸਾਡੇ ਨਾਲ ਕਾਲਰ ਜਿਹੜੇ ਆ ਉਹ ਜੁੜ ਵੀ ਚੁੱਕੇ ਨੇ, ਮੈਂ ਉਹਨਾਂ ਦਾ ਸਵਾਗਤ ਕਰਨਾ ਚਾਹੁੰਦਾ। ਤੁਹਾਡਾ ਰੇਡੀਓ ਜ਼ਿੰਦਾਬਾਦ ਤੇ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਜੀ? ਮੇਰਾ ਨਾਮ ਨਵਜੋਤ ਹੈ ਜੀ। ਨਵਜੋਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਹਾਂਜੀ, ਮੈਂ ਜੀ ਆਪਣਾ ਨਾ ਇੱਕ ਆਪ ਹੀ ਮੇਰੇ ਨਾਲ ਵੀ ਐਵੇਂ ਹੀ ਹੋਇਆ। ਮੈਂ ਇੱਕ ਤੁਹਾਨੂੰ ਗੱਲ ਦੱਸਣੀ ਚਾਹੁੰਦਾ, ਮਤਲਬ ਮੇਰੇ ਨਾਲ ਬੀਤੀ ਸੀ ਜੀ ਜੀ। ਤੇ ਜਿੱਦਣ ਜੀ ਲਾਲ ਕਿਲੇ ਤੇ ਆਪਣੇ ਬੰਦੇ ਗਏ ਹੈ ਨਾ ਜੀ ਪ੍ਰੋਟੈਸਟ ਵਾਲੇ ਦਿਨ ਜੀ, ਉਧਰ ਮੇਰੀ ਜਿਵੇਂ ਮੈਂ ਸੋਸ਼ਲ ਮੀਡੀਆ ਵਗੈਰਾ ਚਲਾਉਂਦਾ ਹੈ ਨਾ ਥੋੜੀ ਬਹੁਤ ਜੀ, ਤੇ ਮੇਰੀ ਆਈਡੀ 'ਚ ਹੀ ਬੰਦਿਆਂ ਨੇ ਨਾ ਹਾਂਜੀ ਸਟੋਰੀਆਂ ਪਾਈਆਂ ਕਿ ਇੱਕ ਕੁੜੀ ਦੀ ਸਟੋਰੀ ਮੈਂ ਤੁਹਾਨੂੰ ਦੱਸਾਂਗਾ ਉਹਨੇ ਕੀ ਪਾਇਆ ਸੀ। ਜੀ, ਕਹਿੰਦੀ ਕਿ ਆਪਣਾ ਕਿ ਲੰਗਰ ਸਾਡੇ ਹਿੰਦੂਆਂ ਦੇ ਉੱਥੇ ਵੀ ਮਿਲਦਾ ਹੈ ਬਟ ਦੈਟ ਇਜ਼ ਕੈਮਰਾ ਫ੍ਰੀ। ਤੇ ਮਤਲਬ ਲੋਕਾਂ ਦੇ ਮਨ 'ਚ ਇੰਨੀ ਨੈਗੇਟਿਵਿਟੀ ਆਲਰੇਡੀ ਹੈਗੀ ਹੈ ਕਿ ਦੂਜਿਆਂ ਨੂੰ ਉਹ ਕਰਨ ਦੀ, ਜੀ ਜੀ, ਨੀਵਾਂ ਦਿਖਾਉਣ ਦੀ ਕਿ ਤੁਸੀਂ ਲੋਕ ਹੀ ਹੋ ਜੋ ਗਲਤ ਕਰ ਰਹੇ ਹੋ। ਤੇ ਮੈਂ ਇਸ ਗੱਲ ਪਿੱਛੇ ਜੀ ਸਾਰਿਆਂ ਨਾਲ ਲੜਿਆ ਵੀ। ਮੇਰੇ ਆਪਣੇ ਵੀ ਜਿਹੜੇ ਯਾਰ ਦੋਸਤ ਉਹ ਮੈਨੂੰ ਕਹਿਣ ਕਿ ਤੂੰ ਸਾਰਿਆਂ ਨੂੰ ਕਿਉਂ ਐਵੇਂ ਗਾਲਾਂ ਕੱਢਦਾ, ਕਿ ਸਾਰੇ ਥੋੜੀ ਨਾ ਇੱਕੋ ਜਿਹੇ ਹੁੰਦੇ ਨੇ ਜੀ। ਤੇ ਮੈਂ ਤਾਂ ਜੀ ਜਿਹੜੇ ਬੰਦੇ ਇਹੋ ਜਿਹੀ ਗੱਲਾਂ ਕਰਦੇ ਨੇ, ਸ਼ੇਅਰ ਕਰਦੇ ਨੇ ਨੈਗੇਟਿਵ, ਉਹਨਾਂ ਨੂੰ ਬੁਲਾਣਾ ਹੀ ਛੱਡਤਾ ਕਿ ਇਹਨਾਂ ਨੂੰ ਹੁਣ ਕੀ ਜਵਾਬ ਦੇਈਏ। ਕਿ ਐਵੇਂ ਨਹੀਂ ਕਿ ਸਪੋਰਟ ਕਰਨੀ ਹੈ, ਇੱਕਜੁੱਟ ਹੋ ਕੇ ਕਰਨਾ, ਪਰ ਉਲਟਾ ਦੂਏ ਬੰਦੇ ਨੂੰ ਨੀਵਾਂ ਦਿਖਾਉਂਦੇ ਨੇ। ਹਾਂ ਬਿਲਕੁਲ ਹੈ ਜੀ। ਅਸੀਂ ਇਹੋ ਚੀਜ਼ ਗੱਲ ਕਰ ਰਹੇ ਹਾਂ ਕਿ ਜਿਵੇਂ ਤੁਸੀਂ ਫੇਸ ਕੀਤਾ
ਬਹੁਤ ਸਾਰੇ ਲੋਕਾਂ ਨੇ ਜਿਹੜੇ ਕਿ ਲੋਕ ਉਹਨਾਂ ਦੇ ਨਾਲ ਫੇਸਬੁੱਕ ਤੇ ਫਰੈਂਡ ਵੀ ਸੀਗੇ, ਉਹਨਾਂ ਲੋਕਾਂ ਨੇ ਵੀ ਇੱਕ ਦੂਜੇ ਨੂੰ ਬਲੌਕ ਕੀਤਾ, ਉਹਨਾਂ ਨੂੰ ਅਨਫਰੈਂਡ ਕੀਤਾ। ਇਹੀ ਸਭ ਤੋਂ ਵੱਡਾ ਅਫਸੋਸ ਹੈ ਕਿ ਇੱਕ ਰਾਏ ਦੇ ਉੱਤੇ ਲੋਕ ਜਿਹੜੇ ਨੇ, ਆਮ ਇਨਸਾਨ ਜਿਹੜਾ ਉਹ ਵੰਡਿਆ ਗਿਆ, ਔਰ ਇਹ ਇੱਕ ਰਾਏ ਦੇ ਬੇਸ ਦੇ ਉੱਤੇ ਕਿਸੇ ਨੂੰ ਦੇਸ਼ ਭਗਤ ਜਾਂ ਕਿਸੇ ਨੂੰ ਐਂਟੀ ਨੈਸ਼ਨਲ ਕਹਿ ਦੇਣਾ, ਇਹ ਅਫਸੋਸ ਹੈ। ਇਹ ਡੈਮੋਕ੍ਰੈਟਿਕ ਤਰੀਕਾ ਨਹੀਂ ਹੈ, ਜਦ ਕਿ ਡੈਮੋਕ੍ਰੇਸੀ ਦੀ ਭਾਸ਼ਾ ਹੀ ਇਹ ਹੈ ਕਿ ਸਰਕਾਰ ਨੂੰ ਅਗਰ ਸਹੀ ਤਰੀਕੇ ਨਾਲ ਤੁਸੀਂ ਕੰਮ ਕਰਾਉਣਾ ਹੈ ਤੇ ਸਟਰੋਂਗ ਆਪੋਜੀਸ਼ਨ ਚਾਹੀਦੀ ਹੈ। ਅੱਜ ਦਾ ਇਹ ਹਾਲਾਤ ਵੀ ਇਸ ਕਰਕੇ ਨੇ ਕਿ ਅਫਸੋਸ ਇਸ ਚੀਜ਼ ਦਾ ਹੈ ਕਿ ਸਾਡੇ ਕੋਲ ਇੰਡੀਆ ਦੇ ਵਿੱਚ ਸਟਰੋਂਗ ਆਪੋਜੀਸ਼ਨ ਹੈ ਨਹੀਂ, ਔਰ ਉਸ ਚੀਜ਼ ਦਾ ਜਿਹੜਾ ਫਾਇਦਾ ਜਿਹੜਾ ਆ ਉਹ ਰੂਲਿੰਗ ਪਾਰਟੀ ਲੈ ਰਹੀ ਹੈ, ਸਰਕਾਰ ਲੈ ਰਹੀ ਹੈ। ਔਰ ਇਹ ਧੱਕਾਸ਼ਾਹੀ ਜਿਹੜੀ ਆਮ ਬੰਦੇ ਨਾਲ ਹੋ ਰਹੀ ਹੈ ਆਪਣਾ ਓਪੀਨੀਅਨ ਦੇਣ ਉੱਤੇ, ਜਾਂ ਉਹ ਆਪੋਜੀਸ਼ਨ ਦਾ ਕੰਮ ਕਰ ਰਿਹਾ ਹੈ, ਉਹਦੇ ਉੱਤੇ ਅੱਜ ਹਰ ਤਰ੍ਹਾਂ ਦਾ ਜਿਹੜਾ ਉਹਨੂੰ ਰੈਜ਼ਿਸਟੈਂਸ ਜਿਹੜੀ ਆ ਫੇਸ ਕਰਨੀ ਪੈਂਦੀ ਆ। ਤੁਹਾਡਾ ਹੋਰ ਕੋਈ ਵਿਚਾਰ ਹੈ ਤਾਂ ਤੁਸੀਂ ਜ਼ਰੂਰ ਸ਼ੇਅਰ ਕਰੋ ਜੀ। ਹਾਂਜੀ ਬਸ ਜੀ, ਮੇਰਾ ਤਾਂ ਇਹੀ ਵਿਚਾਰ ਸੀਗਾ ਕਿ ਮੈਂ ਸ਼ੇਅਰ ਕਰਨਾ ਚਾਹੁੰਦਾ ਸੀ ਬਾਕੀ ਲੋਕਾਂ ਨਾਲ ਵੀ ਜੀ, ਕਿ ਐਵੇਂ ਇੱਕ ਦੂਜੇ ਨੂੰ ਜੇ ਆਪਾਂ ਸਪੋਰਟ ਕਰਦੇ ਹਾਂ ਤਾਂ ਹੀ ਕੁਝ ਹੁੰਦਾ, ਐਵੇਂ ਕਿਸੇ ਦੀ ਸਪੋਰਟ ਤੋਂ ਬਿਨਾਂ ਬੰਦਾ ਕੁਝ ਨਹੀਂ ਕਰ ਸਕਦਾ। ਤੇ ਮੇਰੇ ਤਾਂ ਆਪਣੇ ਯਾਰ ਦੋਸਤ ਸੀਗੇ ਜੀ ਜੋ ਕਰਦੇ ਸੀ, ਤੇ ਮੈਂ ਤਾਂ ਉਹਨਾਂ ਨੂੰ ਵੀ ਮਤਲਬ ਗਲਤ ਭਾਸ਼ਾ ਨਾਲ ਗਾਲਾਂ ਗੂਲਾਂ ਕੱਢੀਆਂ। ਮੈਂ ਕਿਹਾ ਕਿ ਐਵੇਂ ਨਹੀਂ ਹੁੰਦਾ। ਠੀਕ ਹੈ ਜੀ, ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਵੈਲਕਮ ਜੀ। ਇੱਕ ਮੈਂ ਐਸੀ ਚੀਜ਼ ਜਿਹੜੀ ਹੈ ਉਹ ਜ਼ਰੂਰ ਪੜ੍ਹ ਕੇ ਸੁਣਾਉਣਾ ਚਾਹੁੰਦਾ ਹਾਂ ਆਪਣੇ ਸਾਰੇ ਹੀ ਸੁਣਨ ਵਾਲਿਆਂ ਨੂੰ ਕਿ ਚੇਨਈ ਦੇ ਵਿੱਚ, ਮਦਰਾਸ ਦੇ ਵਿੱਚ ਇੱਕ DAV ਸਕੂਲ ਦਾ ਇੰਗਲਿਸ਼ ਦਾ ਪੇਪਰ, ਉਹਦੇ 'ਚ 10 ਨੰਬਰ ਦਾ ਕੁਐਸਚਨ ਪੁੱਛਿਆ ਜਾ ਰਿਹਾ ਹੈ ਬੱਚਿਆਂ ਨੂੰ। ਔਰ ਕਿਵੇਂ ਜਿਹੜਾ ਆ ਸੋਸ਼ਲ ਮੀਡੀਆ, ਕਿਵੇਂ ਸਰਕਾਰ, ਕਿਵੇਂ ਐਸੇ ਸੈੱਲ ਜਿਹੜੀ ਹੈ ਉਹ ਛੋਟੇ ਬੱਚਿਆਂ ਦੇ ਵਿੱਚ ਵੀ ਨਫ਼ਰਤ ਭਰ ਰਹੀ ਹੈ, ਜਿਹੜੀ ਕਿ ਆਉਣ ਵਾਲੇ ਸਮੇਂ ਲਈ ਚੰਗੀ ਨਹੀਂ। ਸਵਾਲ ਪੁੱਛਿਆ ਜਾ ਰਿਹਾ ਹੈ ਕਿ ਜਿਹੜੀ ਵਾਇਲੈਂਸ ਜਿਹੜੀ ਆ ਰਿਪਬਲਿਕ ਡੇ 'ਤੇ ਦਿੱਲੀ 'ਚ ਹੋਈ, ਉਹਨਾਂ ਨੇ ਦੇਸ਼ ਦੇ ਲੋਕਾਂ ਦਾ ਬਹੁਤ ਦਿਲ ਦੁਖਾਇਆ, ਬਹੁਤ ਸਾਰੀ ਪ੍ਰਾਪਰਟੀ ਡੈਮੇਜ ਕੀਤੀ ਗਈ ਹੈ, ਬਹੁਤ ਸਾਰੇ ਪੁਲਿਸ ਵਾਲੇ ਲੋਕ ਜਿਹੜੇ ਆ ਉਹਨਾਂ ਨੂੰ ਮਾਰਿਆ ਗਿਆ ਹੈ। ਅਤੇ ਤੁਸੀਂ ਬੱਚਿਆਂ ਨੂੰ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਇੱਕ ਐਡੀਟਰ ਨੂੰ ਲੈਟਰ ਲਿਖੋ ਡੇਲੀ ਨਿਊਜ਼ਪੇਪਰ ਦੇ ਨੂੰ ਕਿ ਇਹਨੂੰ ਕੰਡੈਮ ਕੀਤਾ ਜਾਏ, ਇਹਨੂੰ ਵਾਇਲੈਂਟ ਐਕਟ ਬਣਾ ਕੇ ਕੀਤਾ ਜਾਏ, ਇਹ ਜਿੰਨੀਆਂ ਚੀਜ਼ਾਂ ਕੀਤੀਆਂ ਗਈਆਂ ਨੇ ਇਹ ਲੋਕਾਂ ਨੇ ਜਿਹੜੀਆਂ ਕੀਤੀਆਂ ਗਈਆਂ, ਔਰ ਵਰਡ ਐਸੇ ਯੂਜ਼ ਕੀਤੇ ਗਏ ਨੇ ਵਾਇਲੈਂਟ ਮੈਨੀਅਕਸ, ਦੈਟ ਮੀਨਸ ਜਿਹੜੇ ਲੋਕ ਵਾਇਲੈਂਟ ਨੇ ਔਰ ਪਾਗਲ ਨੇ। ਦੇਖੋ ਕਿੱਥੋਂ ਤੱਕ ਕੁਐਸਚਨ ਪੇਪਰ ਦੇ ਵਿੱਚ ਵੀ ਇਹ ਕੁਐਸਚਨ ਕੀਤਾ ਗਿਆ। ਬੱਚਿਆਂ ਨੂੰ ਇਹ ਰਾਏ ਨਹੀਂ ਦਿੱਤੀ ਗਈ ਕਿ ਤੁਸੀਂ ਆਪਣੀ ਰਾਏ ਦਿਓ, ਉਹਨਾਂ ਨੂੰ ਰਾਏ ਬਣਾ ਕੇ ਦੇ ਦਿੱਤੀ ਗਈ ਹੈ ਕਿ ਤੁਸੀਂ ਕੰਡੈਮ ਕਰੋ, ਲੈਟਰ ਲਿਖੋ। ਇਮੈਜਿਨ ਕਰੋ ਕਿ ਸਕੂਲ ਦੇ ਬੱਚੇ ਉਹ ਜਦੋਂ ਉਹ ਭਾਸ਼ਾ ਲਿਖਣਗੇ ਸੋਚ ਕੇ, ਤੇ ਕਿਵੇਂ ਉਹ ਜਿਹੜਾ ਆ ਉਹਨਾਂ ਦੇ ਵਿੱਚ ਕਿਸਾਨਾਂ ਲਈ ਜਾਂ ਆਮ ਇਨਸਾਨ ਲਈ ਜਿਹੜੀ ਆ ਉਹ ਪਿਆਰ ਬਣੇਗਾ, ਨਫ਼ਰਤ ਬਣੇਗੀ। ਇਵੇਂ ਨਫ਼ਰਤ ਜਿਹੜੀ ਆ ਉਹ ਵਧਾਈ ਜਾ ਰਹੀ ਹੈ। ਸਾਡੇ ਨਾਲ ਹੋਰ ਵੀ ਕਾਲਰ ਜੁੜ ਚੁੱਕੇ ਨੇ। ਚਰਨਜੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਕਤਲ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਜੀ ਆਇਆਂ। ਹਾਂਜੀ ਤੁਹਾਡਾ ਪ੍ਰੋਗਰਾਮ ਵੀ ਜਿੰਦਾਬਾਦ ਜੀ, ਤੁਸੀਂ ਵੀ ਜਿੰਦਾਬਾਦ। ਮਿਹਰਬਾਨੀ ਜੀ, ਥੈਂਕ ਯੂ। ਵਧੀਆ ਪ੍ਰੋਗਰਾਮ ਕਰ ਰਹੇ ਹੋ ਜੀ, ਔਰ ਲੋਕਾਂ ਨੂੰ ਕਾਫੀ ਸੁਚੇਤ ਕਰ ਰਹੇ ਹੋ। ਇਹ ਗੱਲਾਂ ਮੈਂ ਪਹਿਲਾਂ ਤਾਂ ਜਦ ਤੋਂ ਇਹ CA ਲੈ ਕੇ ਆਇਆ ਨਾ ਜੀ, ਤੇ ਉਸ ਤੋਂ ਵੀ ਸਮਝ ਲਓ ਪਹਿਲਾਂ ਦੀਆਂ ਤੁਸੀਂ ਮੈਨੂੰ ਕੋਈ ਸੁਣਾਇਆ ਵੀ ਹੋਣਾ, ਜਿਹੜੀ ਤੇ ਮੈਂ ਕਰਦਾ ਰਿਹਾ। ਕਿਉਂਕਿ ਜਿਹੜਾ ਆਪਣੇ ਪਹਿਲਾਂ ਨਾ 50-60 ਸਾਲ ਦੇ ਵਿੱਚ ਭਾਈਚਾਰਾ ਉੱਥੇ ਬਣਿਆ ਸੀਗਾ, ਸਿਰਫ ਇੱਕ ਆਪਣਾ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਗਲਤੀ ਕਰਕੇ ਕੁਛ ਆਪਣਾ ਸਿਸਟਮ ਖਰਾਬ ਹੋ ਗਿਆ। ਅਦਰਵਾਈਜ਼ ਜਿਹੜਾ ਭਾਈਚਾਰਾ ਬਣਿਆ ਸੀਗਾ ਉਹ ਇਹਨਾਂ 5-7 ਸਾਲਾਂ ਦੇ ਵਿੱਚ ਸਭ ਖਰਾਬ ਹੋ ਗਿਆ। ਉੱਥੇ ਏਦਾਂ ਦੀ ਨਫ਼ਰਤ ਫੈਲਾਈ ਜਾ ਰਹੀ ਹੈ, ਜਿਹੜਾ ਬੰਦਾ ਉੱਥੇ ਜਾਂਦਾ ਉਹਨੂੰ ਪਤਾ ਲੱਗਦਾ। ਮੈਂ ਹਰ ਸਾਲ ਜਾਂਦਾ ਉੱਥੇ ਜੀ, ਦੇਖੀ ਦਾ ਵੀ ਹਰ ਸਾਲ ਨਵੇਂ ਤੋਂ ਨਵਾਂ ਕੁਛ ਨਾ ਕੁਛ ਹੋਇਆ ਹੁੰਦਾ ਹੈ। ਇਹ ਟ੍ਰੈਂਡ ਜਿਹੜਾ ਹੈ ਇਹਨਾਂ ਦਾ ਬਹੁਤ ਗਲਤ ਹੈਗਾ ਆ। ਜੋ ਮੈਂ ਸੋਚਦਾ ਵੀ ਇਹ ਜਿਹੜਾ ਸਦੀਆਂ ਪੁਰਾਣਾ ਸਿਸਟਮ ਸੀ ਨਾ ਜੀ, ਉਹਦੇ ਵੱਲ ਲਿਜਾ ਰਹੇ ਆ। ਇਹਨਾਂ ਦੇ ਜਦੋਂ ਜ਼ਿਆਦਾ ਹੋਰ ਮੈਜੋਰਟੀ ਜਾ ਕੇ ਸਾਰੇ ਇੰਡੀਆ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਆ ਗਈ, ਇਹ ਹੋ ਸਕਦਾ ਇਹ ਜਿਹੜਾ ਆਪਣਾ ਕੰਸਟੀਟਿਊਸ਼ਨ ਆ ਉਹਨੂੰ ਵੀ ਬਦਲ ਦੇਣ। ਉਹ ਇਹ ਬੜਾ ਖਤਰਨਾਕ ਆ। ਹੁਣ ਤੁਸੀਂ ਵੀ ਗੱਲਾਂ ਕਰ ਰਹੇ ਹੋ ਜਿਹੜੀਆਂ ਆਪਾਂ ਚਿੰਤਤ ਆ ਆਪਣੇ ਇੰਡੀਆ ਲਈ, ਤਾਂ ਹੀ ਕਰ ਰਹੇ ਆ ਨਾ, ਇਹ ਕਰਕੇ ਕਰ ਰਹੇ ਆ। ਤੇ ਇਹ ਲੋਕਾਂ ਨੂੰ ਸੋਚਣਾ ਚਾਹੀਦਾ ਆ ਵੀ ਆਪਾਂ ਮਤਲਬ ਇੱਕ ਪਲੇਟਫਾਰਮ ਤੇ ਆ ਕੇ ਜਿਹੜੀਆਂ ਇਹਨਾਂ ਦੀਆਂ ਨਾ ਲੋਕ ਭਾਈਚਾਰੇ ਦੇ ਖਿਲਾਫ
ਇਹ ਗੱਲਾਂ ਕਰ ਰਹੇ ਆ, ਇਹਨਾਂ ਦੀਆਂ ਪਾਲਿਸੀਆਂ ਉਹਨਾਂ ਦਾ ਆਪਾਂ ਖੰਡਨ ਕਰੀਏ, ਉਹਨਾਂ ਦਾ ਵਿਰੋਧ ਕਰੀਏ। ਬਿਲਕੁਲ ਠੀਕ ਹੈ, ਥੈਂਕ ਯੂ ਜੀ। ਬਿਲਕੁਲ ਸਹੀ ਗੱਲ ਕੀਤੀ ਹੈ, ਜਿਵੇਂ ਸਾਡੇ ਕਾਲਰਸ ਨੇ ਵੀ ਕੀਤੀ ਹੈ। ਸਵਾਲ ਇੱਥੇ ਇਹੀ ਹੈ ਜੋ ਅਸੀਂ ਅੱਜ ਸ਼ੁਰੂ ਕੀਤੀ ਹੈ ਕਿ ਸਟੋਰੀ ਬਿਹਾਈਂਡ ਫਾਰਮ ਬਿੱਲ ਦੀ ਗੱਲ ਤਾਂ ਬਹੁਤ ਪਿੱਛੇ ਰਹਿ ਗਈ ਹੈ, MSP ਗੱਲ ਤਾਂ ਬਹੁਤ ਪਿੱਛੇ ਰਹਿ ਗਈ ਹੈ। ਅਕਤੂਬਰ ਦੇ ਵਿੱਚ MSP ਤੋਂ ਚੀਜ਼ ਸ਼ੁਰੂ ਹੋਈ ਸੀ, ਪੰਜਾਬ ਦੀਆਂ ਰੇਲ ਗੱਡੀਆਂ ਤੋਂ ਚੀਜ਼ਾਂ ਸ਼ੁਰੂ ਹੋਈਆਂ ਸੀਗੀਆਂ, ਦਿੱਲੀ ਬਾਰਡਰ ਤੱਕ ਚੀਜ਼ਾਂ ਚੱਲੀਆਂ। ਔਰ ਇਸ ਵੇਲੇ ਇਸ ਰੈਵੋਲੂਸ਼ਨਰੀ ਪ੍ਰੋਟੈਸਟ ਨੇ ਬਹੁਤ ਸਾਰੇ ਐਸੇ ਪਟਾਰੇ ਖੋਲ੍ਹ ਦਿੱਤੇ ਨੇ ਜਿਹਦੇ ਵਿੱਚ ਸਾਰਿਆਂ ਦੀ ਚਿੰਤਾ ਇੱਕੋ ਹੀ ਹੈ ਕਿ ਜੋ ਲੋਕ ਦੇਸ਼ ਨੂੰ ਇਕੱਠਾ ਕਰਨ ਦੀ ਗੱਲ ਕਰ ਰਹੇ ਨੇ, ਜੋ ਸਰਕਾਰ ਨੈਸ਼ਨਲਿਜ਼ਮ ਦੀ ਗੱਲ ਕਰ ਰਹੀ ਹੈ, ਕੀ ਉਹ ਵਾਕਿਆ ਨੈਸ਼ਨਲਿਜ਼ਮ ਹੈ? ਕੀ ਉਹ ਵਾਕਿਆ ਹੀ ਦੇਸ਼ ਲਈ ਚੰਗਾ ਹੈ? ਕੀ ਇੰਨੀਆਂ ਵੱਡੀਆਂ ਡਿਵੀਜ਼ਨ ਪਾਉਣੀਆਂ ਇੱਕ ਰਾਏ ਦੇ ਉੱਤੇ ਉਹ ਚੰਗਾ ਹੈ? ਕਿ ਛੋਟੇ ਬੱਚਿਆਂ ਨੂੰ ਇੰਨਾ ਜ਼ਿਆਦਾ ਪ੍ਰਾਈਮ ਟਾਈਮ ਦੇ ਵਿੱਚ ਝੂਠ ਸਿਖਾਉਣਾ ਚੰਗਾ ਹੈ? ਔਰ ਮੈਂ ਇੱਥੇ ਜ਼ਰੂਰ ਦੱਸਣਾ ਚਾਹੁੰਦਾ ਕਿ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਤੁਸੀਂ ਪਰਸਨਲ ਲੈਵਲ ਦੇ ਉੱਤੇ ਉੱਥੇ ਬੈਠੇ ਲੋਕਾਂ ਨੂੰ, ਚਾਹੇ ਉਹ ਗੁਜਰਾਤ ਦੇ ਨੇ ਚਾਹੇ ਉਹ ਹਿੰਦੂ ਨੇ, ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ, ਲੋਕ ਜਿਹੜੇ ਨੇ ਜਿਨ੍ਹਾਂ ਨੇ ਪਹਿਲਾਂ ਸਪੋਰਟ ਕੀਤੀ ਹੈ ਇਸੇ ਸਰਕਾਰ ਦੀ, ਉਹ ਅੱਜ ਇਹ ਜ਼ਰੂਰ ਬੋਲਣ ਲੱਗ ਪਏ ਨੇ ਕਿਤੇ ਨਾ ਕਿਤੇ ਅੰਦਰ ਖਾਤੇ ਕਿ ਉਹਨਾਂ ਨੂੰ ਮੀਡੀਆ ਉੱਤੇ ਯਕੀਨ ਨਹੀਂ ਰਿਹਾ। ਚਾਹੇ ਉਹ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਹੋਏ, ਚਾਹੇ ਉਹ ਅਰਨਬ ਗੋਸਵਾਮੀ ਦਾ ਬੇਲ ਹੋਏ, ਚਾਹੇ ਉਹ ਜੋ ਹਾਲ ਜੀਤ ਸਿੰਘ ਵਰਗੇ ਤਿੰਨ ਲੜਾਈਆਂ ਲੜਨ ਵਾਲੇ ਬਜ਼ੁਰਗਾਂ ਦਾ ਹੋਇਆ ਹੋਏ, ਔਰ ਉਹਨਾਂ ਦੇ ਮੂੰਹ ਉਹ ਨਿਕਲੇ ਸ਼ਬਦ ਰੋਂਦਿਆਂ ਕਿ ਮੈਨੂੰ ਛੋਟੇ ਹੁੰਦਿਆਂ ਜੋ ਮੈਂ ਸੋਚਦਾ ਸੀਗਾ ਕਿ ਮੈਂ ਆਪਣੇ ਦੇਸ਼ ਲਈ ਜਾਨ ਦੇਣੀ ਆ, ਮੈਂ ਆਪਣੇ ਦੇਸ਼ ਦੀ ਸੇਵਾ ਕਰਨੀ ਆ, ਉਹ ਸ਼ਾਇਦ ਮੇਰਾ ਗਲਤ ਬਿਆਨ ਸੀ। ਕਿੰਨੀ ਵੱਡੀ, ਕਿਵੇਂ ਤੁਸੀਂ, ਜੇ ਤੁਸੀਂ ਆਪਣੇ ਕਿਸਾਨ ਔਰ ਆਪਣੇ ਜਵਾਨ ਜਿੰਨੇ ਤਿੰਨ ਲੜਾਈਆਂ 3 ਵਾਰੀ ਆਪਣੀ ਜ਼ਿੰਦਗੀ ਜਿਹੜੀ ਆ ਜੋਖਮ 'ਚ ਪਾਈ ਆ, ਉਹਨੂੰ ਵੀ ਤੁਸੀਂ ਡੰਡੇ ਮਾਰ ਰਹੇ ਹੋ, ਉਹਨੂੰ ਵੀ ਰੋਟੀ ਖਾਂਦੇ ਨੂੰ ਚੁੱਕ ਕੇ ਤੁਸੀਂ ਜੇਲ੍ਹਾਂ 'ਚ ਸੁੱਟ ਰਹੇ ਹੋ, ਤੇ ਡੈਫੀਨੇਟਲੀ ਇਸੇ ਚੀਜ਼ ਦੀ ਚਿੰਤਾ ਜਿਹੜੀ ਆ ਅੱਜ ਬਾਹਰ ਬੈਠਾ NRI ਕਰ ਰਿਹਾ। ਦੇਸ਼ 'ਚ ਬੈਠੇ ਲੋਕ ਜਿਹੜੇ ਆ ਉਹ ਆਵਾਜ਼ ਉਠਾ ਰਹੇ ਨੇ। ਇਸੇ ਚੀਜ਼ ਦੀ ਚਿੰਤਾ ਹੈ ਕਿ ਈਵਨ ਕੁੱਕਰ ਦੇ ਵਿੱਚ ਵੀ ਇੱਕ ਵਿਸਲ ਲਾਈ ਜਾਂਦੀ ਹੈ ਕਿ ਕਿਤੇ ਕੁੱਕਰ ਨਾ ਪਾੜ ਜੇ, ਇੰਨਾ ਪ੍ਰੈਸ਼ਰ ਨਾ ਬਣ ਜਾਏ, ਘੱਟੋ ਘੱਟ ਉਹਦਾ ਪ੍ਰੈਸ਼ਰ ਰਿਲੀਜ਼ ਹੋ ਜਾਏ। ਇਸ ਵੇਲੇ ਜੋ ਹਾਲਾਤ ਬਣਦੇ ਜਾ ਰਹੇ ਨੇ ਉਹ ਉਵੇਂ ਦੇ ਹੀ ਨੇ, ਮਗਰ ਅਫਸੋਸ ਇਹ ਹੈ ਕਿ ਉੱਥੇ ਵਿਸਲ ਵੀ ਨਹੀਂ ਹੈ। ਇਸੇ ਚੀਜ਼ ਦੀ ਡਰ, ਇਸੇ ਚੀਜ਼ ਦੀ ਚਿੰਤਾ ਸ਼ਾਇਦ ਸਾਰੇ ਲੋਕਾਂ ਨੂੰ ਹੈ ਕਿ ਇੰਨਾ ਜ਼ਿਆਦਾ ਤੁਸੀਂ ਧੱਕਾ ਅਗਰ ਕਿਸੇ ਦੇ ਬੋਲਣ ਦੇ ਉੱਤੇ, ਇੱਕ ਵਿਚਾਰ ਦੇਣ ਦੇ ਉੱਤੇ ਲਾਓਗੇ, ਚਾਹੇ ਉਹ ਮੀਡੀਆ ਉਹਨੂੰ ਕਰ ਰਿਹਾ ਹੋਏ, ਚਾਹੇ ਸਰਕਾਰੀ ਕੋਈ ਏਜੰਸੀ ਹੈ, ਸੋ ਲੋਕਾਂ ਦਾ ਵਿਸ਼ਵਾਸ ਜਿਹੜਾ ਆ ਸੁਪਰੀਮ ਕੋਰਟ ਨੂੰ ਰਿਜੈਕਟ ਕਰਨਾ, ਇਹ ਬਹੁਤ ਵੱਡਾ ਇੱਕ ਕੁਐਸਚਨ ਮਾਰਕ ਹੈ। ਅਗਰ ਆਮ ਲੋਕ, ਉਹਨਾਂ ਨੂੰ ਜੁਡੀਸ਼ਰੀ 'ਤੇ ਵਿਸ਼ਵਾਸ ਉੱਠ ਗਿਆ, ਉਹਨਾਂ ਨੂੰ ਪੁਲਿਸ ਤੋਂ ਵਿਸ਼ਵਾਸ ਆਲਰੇਡੀ ਉੱਠਿਆ ਹੋਇਆ, ਉੱਥੇ ਪੋਲੀਟੀਸ਼ੀਅਨਾਂ ਦੇ ਉੱਤੇ ਉਹ ਵਿਸ਼ਵਾਸ ਕਰਦੇ ਹੀ ਨਹੀਂ, ਮੈਡੀਕਲ ਡਾਕਟਰਸ ਉੱਤੇ ਵੀ, ਹਸਪੀਟਲ ਜਿਹੜੇ ਪ੍ਰਾਈਵੇਟ ਨੇ ਉਹਨਾਂ ਉੱਤੇ ਵਿਸ਼ਵਾਸ ਨਹੀਂ ਕਰ ਰਹੇ ਕਿ ਪਤਾ ਨਹੀਂ ਕਿਹੜਾ ਅੰਗ ਪੈਰ ਜਿਹੜਾ ਕਿੱਥੋਂ ਕੱਢ ਕੇ ਕਿੱਥੇ ਪਾਤਾ ਜਾਏ, ਕੀ ਮੇਰੇ ਨਾਲ ਧੋਖਾ ਹੋਏ। ਤੇ ਕਿਵੇਂ ਇੰਨੀ ਵੱਡੀ ਦੁਨੀਆ ਦੀ ਦੂਸਰੀ ਲਾਰਜੈਸਟ ਆਬਾਦੀ ਜਿਹੜੀ ਆ ਉਹ ਸਰਵਾਈਵ ਕਰੇਗੀ, ਇਹੋ ਚੀਜ਼ ਜਿਹੜੀ ਆ ਉਹਦੀ ਚਿੰਤਾ ਆ। ਔਰ ਉਹਦੇ ਲਈ ਸਾਨੂੰ ਡਟ ਕੇ ਸੱਚ ਬੋਲਣ ਦੀ ਲੋੜ ਹੈ। ਸਾਡੇ ਨਾਲ ਬਹੁਤ ਕਾਲਰ ਜੁੜ ਰਹੇ ਨੇ, ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੀਆਂ ਕਾਲ ਜ਼ਰੂਰ ਏਅਰ ਕਰੀਏ। 4041 ਜੀ, ਤੁਸੀਂ ਔਨ ਏਅਰ ਹੋ ਰੇਡੀਓ ਜ਼ਿੰਦਾਬਾਦ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਂਜੀ, ਧੰਨਵਾਦ ਜੀ ਟਾਈਮ ਦੇਣ ਲਈ। ਮੈਂ ਤਾਂ ਇੱਕੋ ਗੱਲ ਕਹਿਣੀ ਚਾਹੁੰਦਾ ਜੀ, ਤੁਸੀਂ ਦੇਖਿਆ ਹੋਣਾ ਵੀ ਇੱਕ ਮੁੰਡੇ ਨੇ ਕੱਲ ਮੇਰੇ ਪਰਸੋਂ ਸ਼ਾਮ ਰੰਗੀਲਾ ਉਹਦੇ ਨਾਲ ਉਹਨੇ 100 ਰੁਪਈਆ ਤੇਲ ਹੋਣ ਤੇ ਇੱਕ ਵੀਡੀਓ ਪਾਈ ਸੀ, ਤਾਂ ਗੈਸ ਸਟੇਸ਼ਨ ਤੇ ਖੜ ਕੇ ਤਾਂ ਗੈਸ ਸਟੇਸ਼ਨ ਵਾਲੇ ਦਾ ਲਾਇਸੈਂਸ ਕੈਂਸਲ ਤੱਕ ਕਰਨ ਦੀ ਗੱਲ ਜਾਰੀ ਹੈ। ਅੱਜ ਉਹਦੀ ਮੈਂ ਥੋੜੇ ਚਿਰ ਪਹਿਲਾਂ ਹੀ ਵੀਡੀਓ ਦੇਖ ਕੇ ਹਟਿਆ ਜੀ, ਜਿੱਥੇ ਉਹ ਮਾਫੀ ਮੰਗ ਰਿਹਾ ਗੈਸ ਸਟੇਸ਼ਨ ਵਾਲੇ ਤੋਂ ਜੀ। ਤੁਸੀਂ ਇਹ ਦੇਖੋ ਵੀ ਯੂਨੀਵਰਸਿਟੀਆਂ ਦੇ ਵਿੱਚ ਥੋੜੇ ਦਿਨ ਪਹਿਲਾਂ ਤੁਸੀਂ ਰਿਪੋਰਟ ਪੜ੍ਹੀ ਹੋਣੀ ਆ ਵੀ ਜਿਹੜੇ ਇੰਟਰਨੈਸ਼ਨਲ ਵੈਬਿਨਾਰ ਨੇ, ਰਿਸਰਚ ਸਕਾਲਰ ਨੇ, ਉਹਨਾਂ ਤੇ ਕਬਜ਼ਾ ਕਰਨ ਦੀ ਕੋਈ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੀ ਪਰਮਿਸ਼ਨ ਤੋਂ ਬਿਨਾਂ ਤੁਸੀਂ ਜਿਹੜਾ ਕੋਈ ਇੰਟਰਨੈਸ਼ਨਲ ਵੈਬਿਨਾਰ ਆ ਯੂਨੀਵਰਸਿਟੀ ਉਹ ਵੀ ਨਹੀਂ ਕਰ ਸਕਦੀਆਂ। ਹਾਂਜੀ, ਇੱਕ ਕਾਮੇਡੀ ਵੀਡੀਓ ਤੋਂ ਜੇ ਸਾਡੀ ਸਰਕਾਰ ਨੂੰ ਖਤਰਾ ਪੈਦਾ ਹੋ ਰਿਹਾ ਜੀ, ਹਰ
ਬੰਦੇ ਨੂੰ, ਹਰ ਬੰਦਾ ਜਿਹੜਾ ਕੋਈ ਵੀ ਮਾੜੀ ਜਿਹੀ ਆਵਾਜ਼ ਕੱਢਦਾ ਉਹਦੀ ਆਵਾਜ਼ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ 'ਚ ਫਰਕ ਕੋਈ ਨਹੀਂ ਵੀ ਤੁਸੀਂ ਹਿੰਦੂ ਹੋ ਜਾਂ ਸਿੱਖ ਹੋ ਜਾਂ ਕੋਈ ਹੋ। ਬਿਲਕੁਲ ਸਹੀ ਗੱਲ ਹੈ। ਠੀਕ ਹੈ ਨਾ ਜੀ। ਜੇ ਤੁਸੀਂ ਨਾਜ਼ੀ ਜਰਮਨੀ ਨੂੰ 1930-32 ਤੋਂ ਦੇਖ ਲਓ, ਜਦੋਂ ਹਿਟਲਰ ਦੀ ਰਾਈਜ਼ ਹੁੰਦਾ, ਉਹਦੇ ਨਾਲ ਇਹਨੂੰ ਕੰਪੇਅਰ ਕਰੋ। ਅਸੀਂ ਉਸ ਤੋਂ, ਸਾਡੀ ਜਿਹੜੀ ਇਸ ਵੇਲੇ ਦੀ ਹਿੰਦੂਤਵਾ ਗੌਰਮੈਂਟ ਆ, ਕਹਿੰਦੀ ਹਿੰਦੂਤਵਾ, ਪਰ ਉਹ ਹਿੰਦੂ ਹੈ ਨਹੀਂ ਗੀ, ਉਹ ਚਲੋ ਸਰਮਾਏਦਾਰਾਂ ਦੀ ਉਹ ਹੈਗੀ ਆ। ਲੋਕਾਂ ਨੂੰ ਭੁਲੇਖਾ ਪਾਇਆ ਜਾ ਰਿਹਾ, ਹਿੰਦੂ ਵੀਰਾਂ ਨੂੰ, ਜਿਹੜੀ ਪਾਪੂਲੇਸ਼ਨ, ਮੈਜੋਰਿਟੀ ਪਾਪੂਲੇਸ਼ਨ, ਉਹਨੂੰ ਧੋਖੇ 'ਚ ਰੱਖਿਆ ਜਾ ਰਿਹਾ ਵੀ ਅਸੀਂ ਹਿੰਦੂ ਧਰਮ ਦੇ ਰੱਖੇ ਗਏ। ਸ਼ਾਇਦ ਉਹਦੇ ਨਾਲੋਂ ਵੀ ਇਹ ਬਰੂਟਲ ਜਿਹੜੀ ਹੈਗੀ ਆ ਕੰਟਰੋਲ ਕੀਤਾ ਜਾ ਰਿਹਾ। ਨਾਜ਼ੀ ਜਰਮਨੀ 'ਚ ਇੱਕ ਵਾਰੀ ਕਿਤਾਬਾਂ ਸਾੜੀਆਂ ਗਈਆਂ ਸੀ, ਉਹ ਤੇ ਮੂਵੀਜ਼ ਵੀ ਬਣੀਆਂ ਨੇ ਜੀ। ਅਜੇ ਤਾਂ ਇਹ ਟ੍ਰੇਲਰ ਸਟਾਰਟ ਹੋਇਆ ਜੀ। ਜੇ 2024 ਦੀਆਂ ਇਹ ਇਲੈਕਸ਼ਨ ਜਿੱਤਦੇ ਨੇ, ਜਦੋਂ ਇਹ 2000 ਪਹਿਲਾਂ 14 'ਚ ਜਿੱਤੇ ਸੀ, ਤਾਂ ਉਦੋਂ ਹਿੰਦੂ ਅਖਬਾਰ ਦੇ ਵਿੱਚ ਸਾਲ ਬਾਅਦ ਹੀ ਕਿਸੇ, ਮੈਨੂੰ ਨਾਂ ਭੁੱਲ ਗਿਆ ਕਾਲਮਿਸਟ ਦਾ, ਉਹਦਾ ਕਾਲਮ ਆਇਆ ਸੀ ਵੀ ਜੇ 2019 'ਚ ਇਲੈਕਸ਼ਨ ਜਿੱਤਣਗੇ ਤਾਂ ਕੀ 2024 ਦੇ ਵਿੱਚ ਇਲੈਕਸ਼ਨ ਹੋਵੇਗੀ ਜਾਂ ਨਹੀਂ ਹੋਵੇਗੀ। ਹੁਣ ਥੋੜੀ ਜੀ ਜਿਹੜੀ ਆ, ਕਿਉਂਕਿ ਛੇੜਾ ਇਹਨਾਂ ਨੇ ਕਿਸਾਨੀ ਬਿੱਲਾਂ ਦਾ ਅੰਦੋਲਨ ਜਿਹੜਾ ਇਹਨਾਂ ਨੇ ਛੇੜ ਲਿਆ, ਜਿਹੜੀ ਰੈਜ਼ਿਸਟੈਂਸ ਲੋਕਾਂ 'ਚ ਪੈ ਰਹੀ ਆ, ਹੋ ਸਕਦਾ ਥੋੜੀ ਜਿਹੀ ਇਹਨਾਂ ਦੀ ਪੇਸ ਸਲੋ ਹੋ ਗਈ ਹੋਵੇ। ਪਰ ਜੇ 2024 ਦੀ ਇਲੈਕਸ਼ਨ ਜਿੱਤਦੇ ਨੇ ਤਾਂ ਮੈਂ ਤੁਹਾਨੂੰ ਅੱਜ ਪ੍ਰੈਡਿਕਸ਼ਨ ਕਰ ਰਿਹਾ, ਰੱਬ ਕਰੇ ਮੈਂ ਝੂਠਾ ਹੋਵਾਂ, ਗਲਤ ਹੋਵਾਂ, ਇਹ ਕਨਸਟੀਟਿਊਸ਼ਨ ਦੇ ਵਿੱਚ ਵੀ ਚੇਂਜ ਕਰਨਗੇ। ਕਨਸਟੀਟਿਊਸ਼ਨ ਦੇ ਚੇਂਜ ਕਰਕੇ ਮੋਦੀ ਨੂੰ ਫॉर ਲਾਈਫ ਬਣਾਉਣਗੇ। ਤੁਸੀਂ ਇੱਕ ਗੱਲ ਹੋਰ ਨੋਟ ਕੀਤੀ ਹੋਣੀ ਆ ਵੀ ਜਿਹੜੀ UPSC ਕਮਿਸ਼ਨ, ਜਿਹਦੇ ਨਾਲ ਸਾਡੇ IAS, IPS, IFS ਅਧਿਕਾਰੀ ਆਉਂਦੇ ਨੇ, UPSC ਵੀ ਡਾਇਰੈਕਟਰ ਜਿਹੜੀ ਭਰਤੀ ਚਲੋ ਸ਼ੁਰੂ ਕਰ ਦਿੱਤੀ ਆ। ਈਵਨ ਜਿਹੜੇ ਕੈਬਨਿਟ ਸੈਕਟਰੀ ਨੇ, ਕੈਬਨਿਟ ਸੈਕਟਰੀ ਉਹ ਬੰਦਾ ਆ ਸਕਦਾ ਜਿਹਦੀ 30 ਸਾਲ ਦੀ IAS ਦੀ ਅਫਸਰ ਐਜ਼ ਏ IAS ਜਿਹਦੀ ਸੀਨੀਅਰਿਟੀ ਹੋਵੇ, 30 ਸਾਲ ਤੋਂ ਪਹਿਲਾਂ ਉਹ ਵੀ ਨਹੀਂ ਲੱਗ ਸਕਦਾ। ਤੁਸੀਂ ਇਹ ਦੇਖੋ, ਸਾਡੇ ਦੇਸ਼ ਦੀ ਜਿਹੜੀ ਵਾਗਡੋਰ ਆ, ਜਾਂ ਪੋਲੀਟੀਸ਼ੀਅਨਾਂ ਨੂੰ ਤਾਂ ਕੱਖ ਨਹੀਂ ਪਤਾ ਹੁੰਦਾ। ਦੇਸ਼ ਨੂੰ ਬਿਊਰੋਕ੍ਰੇਸੀ ਚਲਾਉਂਦੀ ਆ, ਬਿਊਰੋਕ੍ਰੇਸੀ 'ਚੋਂ ਹੰਡੇ ਵਰਤੇ ਅਫਸਰ ਜਿਨ੍ਹਾਂ ਨੂੰ ਪਤਾ ਐਡਮਿਨਿਸਟ੍ਰੇਸ਼ਨ ਕਿੱਦਾਂ ਕਰਨੀ ਹੈਗੀ ਆ, ਮਿਨਿਸਟਰਾਂ ਦੇ ਮਹਿਕਮੇ ਤੇ ਚੇਂਜ ਹੋ ਰਹੇ, ਜੇ ਉਹਦੇ ਵਿੱਚ ਵੀ ਬੰਦੇ ਸਿਫਾਰਸ਼ੀ ਆਉਣਗੇ ਇਸ ਦੇਸ਼ ਦਾ, ਤੁਸੀਂ ਆਪੇ ਸੋਚੋ ਵੀ ਕੀ ਹਾਲ ਹੋਊਗਾ। ਬਿਲਕੁਲ ਸਹੀ ਗੱਲ ਹੈ ਜੀ। ਵੇਖੋ, ਜੁਡੀਸ਼ਰੀ ਜਿਹੜੀ ਆ, ਸੁਪਰੀਮ ਕੋਰਟ ਦੇ ਵਿੱਚ ਜਿਹੜੇ ਜੱਜ ਨੇ, ਉਹਨਾਂ ਦਾ ਜਿਹੜਾ ਆਲਰੇਡੀ ਬਹੁਤ ਜ਼ਿਆਦਾ ਉਹਦੇ ਉੱਤੇ ਕੰਟਰੋਵਰਸੀ ਹੋ ਰਹੀ ਹੈ ਕਿ ਹਾਂ, ਕਿ ਸੁਪਰੀਮ ਕੋਰਟ ਵੀ ਜਿਹੜਾ ਆ ਉਹ ਇਹਨਾਂ ਦੇ ਕਬਜ਼ੇ 'ਚ ਆ ਚੁੱਕਿਆ ਹੈ। ਇਹੋ ਚੀਜ਼ ਦੀ ਲੜਾਈ ਜਿਹੜੀ ਆ, ਦੇਖੋ ਜੀ, ਇਹ ਕਿਸਾਨ ਇਸ ਵੇਲੇ ਜੋ ਰੈਵੋਲੂਸ਼ਨ ਚੱਲ ਰਿਹਾ ਹੈ, ਜਾਂ ਤਾਂ ਇਹ ਇੰਡੀਆ ਦੀ ਨੁਹਾਰ ਜਿਹੜੀ ਆ ਬਦਲ ਦੇਗਾ, ਵਾਕਿਆ ਹੀ ਉਹਨੂੰ ਡੈਮੋਕ੍ਰੈਟਿਕ ਕੰਟਰੀ ਬਣਾ ਦੇਗਾ। ਔਰ ਅਗਰ ਇਹ ਫੇਲ ਹੋਇਆ, ਔਰ ਅਸੀਂ ਅਗਰ ਫੇਲ ਇਹਨੂੰ ਹੋਣ ਦਿੱਤਾ, ਤੇ ਜਿਵੇਂ ਤੁਸੀਂ ਗੱਲ ਕੀਤੀ ਹੋ, ਅਸੀਂ ਚਾਹੁੰਦੇ ਹਾਂ ਵੀ ਸਾਡੇ ਸ਼ਬਦ ਝੂਠੇ ਹੋਣ, ਮਗਰ ਫਿਰ ਡੈਫੀਨੇਟਲੀ ਲੋਕ ਜਿਹੜਾ ਆ ਜਾਣ ਨੂੰ ਵੀ ਉੱਥੇ ਕਤਰਾਉਣਗੇ, ਔਰ ਉੱਥੇ ਜਿਹੜੇ ਰਹਿਣ ਵਾਲੇ ਲੋਕ ਹੋਣਗੇ ਉਹ ਡਿਵਾਈਡਡ ਹੋਣਗੇ, ਜਾਂ ਤਾਂ ਉਹ ਡੈਮੋਕ੍ਰੇਸੀ ਦੇ ਵਿੱਚ ਗੁਲਾਮ ਹੋਣਗੇ, ਤੇ ਜਾਂ ਉਹ ਲੋਕ ਜਿਹੜੇ ਆ ਉਹ ਸਜ਼ਾ ਭੁਗਤਣਗੇ। ਇਹ ਦੋ ਨਜ਼ਰ ਜੋ ਚੀਜ਼ਾਂ ਆ ਰਹੀਆਂ ਨੇ, ਇਹਨੂੰ ਡੱਕਣ ਵਾਸਤੇ ਕਿ ਸ਼ਾਇਦ ਅੱਜ ਸਾਨੂੰ ਆਵਾਜ਼ ਚੁੱਕਣ ਦੀ ਲੋੜ ਹੈ। ਔਰ ਉਹਨਾਂ ਸਾਰੇ ਹੀ ਜਿਹੜੇ ਸਾਡੇ ਉੱਤੇ ਇਲਜ਼ਾਮ ਲੱਗਣਗੇ, ਉਹਨਾਂ ਨੂੰ ਵੀ ਐਕਸੈਪਟ ਕਰਨ ਦੀ ਲੋੜ ਹੈ। ਅੱਜ ਇਸੇ ਕਰਕੇ ਜੋ ਰੇਡੀਓ ਜ਼ਿੰਦਾਬਾਦ ਦੀ ਸ਼ੁਰੂਆਤ 'ਚ ਅਸੀਂ ਕਰਦੇ ਹਾਂ ਕਿ ਦੇਸ਼ ਵਾਬਾਰ ਮੋਹੇ ਦਾ ਸ਼ਬਦ ਜਿਹੜਾ ਆ ਨਾ, ਸ਼ੁਭ ਕਰਮਨ ਤੇ ਕਬਹੂ ਨਾ ਟਰੂ, ਉਹ ਸ਼ਾਇਦ ਅੱਜ ਉਹਦੀ ਲੋੜ ਮਹਿਸੂਸ ਹੋ ਰਹੀ ਹੈ, ਔਰ ਉਹਦੇ ਉੱਤੇ ਹੀ ਸਾਡਾ ਕੰਮ ਕਰਨਾ ਪਏਗਾ। ਹਾਂਜੀ, ਮਿਹਰਬਾਨੀ ਜੀ, ਤੁਸੀਂ ਥੈਂਕ ਯੂ ਜੀ। ਮੈਂ ਤੇ ਇੱਕ ਹੋਰ ਗੱਲ ਕਹਿਣੀ ਸੀ ਜੀ, ਪਲੀਜ਼। ਦੇਖੋ, ਜਿਹੜੀ ਇਕਨੋਮੀ ਦਾ ਪੱਠਾ GDP ਦੀ ਗੱਲ ਕਰਦੇ ਆ, GDP ਤਾਂ ਸਟਾਕ ਐਕਸਚੇਂਜਾਂ 'ਚ ਦਿਖਦੀ ਹੈਗੀ ਆ ਜੀ। ਜੇ ਅੱਜ ਤੁਸੀਂ ਇਕਨੋਮੀ ਦੀ ਹਾਲ ਦੇਖੋ ਵੀ ਕੈਨੇਡਾ ਦੇ ਨਾਲੋਂ 30 ਰੁਪਏ 30-35 ਰੁਪਏ ਪੈਟਰੋਲ ਮਹਿੰਗਾ, ਸਾਰੇ ਥਾਂ ਤੋਂ ਮਹਿੰਗਾ ਜੀ। ਇਵਨ ਨੇਪਾਲ ਤੋਂ ਵੀ ਮਹਿੰਗਾ ਆ, ਇਹ ਨੇਪਾਲ ਤੋਂ ਮਹਿੰਗਾ। ਤੁਸੀਂ ਇਹ ਦੇਖੋ ਵੀ ਜਿਹੜਾ ਐਕਸਟਰਾ ਮਨੀ ਕਲੈਕਟ ਹੋ ਰਹੀ ਆ, GST ਨਾਲ ਮਨੀ ਕਲੈਕਟ ਹੋ ਰਹੀ ਆ। ਇੱਕ ਪਾਸੇ ਤਾਂ ਤੁਸੀਂ ਜਿਹੜੀ ਆਪਣੀ ਬੈਲੈਂਸ ਸ਼ੀਟ ਦੇ ਵਿੱਚੋਂ ਤੁਸੀਂ ਜਿਹੜੇ ਘਾਟੇ ਵਾਲੇ ਡਿਪਾਰਟਮੈਂਟ ਨੇ ਉਹ ਕੱਢੀ ਜਾ ਰਹੇ ਹੋ ਜੀ, ਠੀਕ ਆ ਜੀ। ਨਵੀਂ ਭਰਤੀ ਤੁਹਾਡੀ ਠੇਕੇ ਤੇ ਹੋ ਰਹੀ ਆ, ਉਹਨਾਂ ਦੀ ਪੁਰਾਣੇ ਜਿਹੜੇ EMPLOYEES ਨੇ ਉਹਨਾਂ ਦੇ ਬਰਾਬਰ ਤਨਖਾਹ ਨਹੀਂ ਹੈਗੀ। ਨਵਾਂ ਕੋਈ ਵੀ ਭਰਤੀ ਕਿਸੇ ਵੀ ਡਿਪਾਰਟਮੈਂਟ 'ਚ ਹੁੰਦਾ, ਉਹ 'ਚ ਪੈਨਸ਼ਨ ਹੈ ਨੀਗੀ ਤੁਹਾਡੀ। ਤੁਸੀਂ ਆਪਣੀ ਬੈਲੈਂਸ ਸ਼ੀਟ ਤੋਂ ਜਿਹੜੀ ਤੁਹਾਡੀ ਲਾਇਬਿਲਿਟੀਜ਼ ਨੇ ਉਹ ਤੁਸੀਂ ਘੱਟ ਕਰੀ ਜਾ ਰਹੇ ਹੋ। ਠੀਕ ਹੈ ਵੀਰ ਜੀ, ਸਾਡਾ ਸਮਾਂ ਜਿਹੜਾ ਆ, ਸਾਨੂੰ ਸਟੂਡੀਓ ਤੋਂ ਇਸ਼ਾਰਾ ਹੋ ਗਿਆ, ਸਾਡਾ ਟਾਈਮ ਜਿਹੜਾ ਆ ਉਹ ਮੁੱਕ ਗਿਆ ਹੈ। ਮੈਂ ਇਹੀ ਕਹਿੰਦਾ, ਲੋਕਾਂ ਨੂੰ ਪੁੱਛਣਾ ਚਾਹੀਦਾ ਵੀ ਉਹ ਪੈਸਾ ਸਾਰਾ ਜਿਹੜਾ ਇਕੱਠਾ ਹੋ ਰਿਹਾ ਜਾ ਕਿੱਥੇ ਰਿਹਾ। ਠੀਕ ਹੈ ਜੀ, ਬਿਲਕੁਲ, ਬਹੁਤ ਸਹੀ ਪੁਆਇੰਟ ਹੈ ਜੀ। ਥੈਂਕ ਯੂ ਸੋ ਮਚ। ਸਾਡੇ ਨਾਲ ਇੱਕ ਲਾਸਟ ਕਾਲਰ ਜੁੜ ਚੁੱਕੇ ਆ, ਸੈਯਦ ਅਹਿਮਦ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਰੇਡੀਓ ਜ਼ਿੰਦਾਬਾਦ ਤੇ। ਹੈਲੋ
ਸੈਯਦ ਅਹਿਮਦ ਜੀ ਤੁਹਾਡੀ ਕਾਲ ਜਿਹੜੀ ਹੈ ਡ੍ਰੌਪ ਹੋ ਗਈ ਹੈ। ਸਾਨੂੰ ਸਾਡੇ ਕੋਲ ਹੋਰ ਜਿਹੜਾ ਆ ਜ਼ਿਆਦਾ ਸਮਾਂ ਵੀ ਨਹੀਂ ਹੈ, ਮਗਰ ਇੱਥੇ ਜਾਂਦਿਆਂ ਗੱਲ ਰੇਡੀਓ ਜ਼ਿੰਦਾਬਾਦ ਤੋਂ ਅਸੀਂ ਜ਼ਰੂਰ ਕਰਦੇ ਹਾਂ ਕਿ ਅੱਜ ਅਗਰ ਤੁਸੀਂ ਚੁੱਪ ਹੋ, ਅੱਜ ਅਗਰ ਤੁਸੀਂ ਐਕਚੁਅਲੀ ਆਵਾਜ਼ ਨਹੀਂ ਉਠਾ ਰਹੇ, ਅੱਜ ਅਗਰ ਤੁਸੀਂ ਚਿੰਤਾ ਨਹੀਂ ਜਤਾ ਰਹੇ, ਤੇ ਤੁਸੀਂ ਵਾਕਿਆ ਹੀ ਇਨਜਸਟਿਸ ਦਾ ਸਾਥ ਦੇ ਰਹੇ ਹੋ। ਤੁਸੀਂ ਵਾਕਿਆ ਹੀ ਖਾਸ ਤੌਰ 'ਤੇ ਭਾਰਤ ਦਾ ਨੁਕਸਾਨ ਕਰ ਰਹੇ ਹੋ, ਕਿਉਂਕਿ ਬਿੱਲ ਆਉਣ ਜਾਂ ਨਾ ਆਉਣ, ਬਹੁਤ ਸਾਰੇ ਬਿੱਲ ਹੋਰ ਵੀ ਆਉਣਗੇ, ਉਹਨਾਂ ਦੇ ਫਾਇਦੇ ਜਾਂ ਨੁਕਸਾਨ ਦੂਰ ਦੀ ਚੀਜ਼ ਹੈ, ਮਗਰ ਅਗਰ ਲੋਕ ਵੰਡੇ ਗਏ ਔਰ ਅਗਰ ਸੁਸਾਇਟੀਜ਼ ਵੰਡੀਆਂ ਗਈਆਂ, ਅਗਰ ਅਸੀਂ ਰਾਏ ਦੇ ਬੇਸ 'ਤੇ ਵੰਡੇ ਗਏ, ਉਹ ਵੰਡ ਜਿਹੜੀ ਹੈ ਚਾਹੇ ਉਹ ਕੈਨੇਡਾ 'ਚ ਹੋਏ ਚਾਹੇ ਉਹ ਇੰਡੀਆ 'ਚ ਹੋਏ, ਉੱਥੇ ਨੁਕਸਾਨਦਾਇਕ ਹੈ। ਅਗਰ ਇੱਕ ਭਾਈਚਾਰਾ ਹੀ ਵੰਡਿਆ ਗਿਆ, ਦੋਸਤ ਜਿਹੜਾ ਆ ਉਹਨੂੰ ਅਨਫਰੈਂਡ ਕਰਨ ਲੱਗ ਪਿਆ, ਉਹਨੂੰ ਬਲੌਕ ਕਰਨ ਲੱਗ ਪਿਆ, ਉਹਨੂੰ ਗਾਲਾਂ ਕੱਢਣ ਲੱਗ ਪਿਆ, ਉਹਨੂੰ ਲੜਨ ਲੱਗ ਪਿਆ, ਤੇ ਦੋਸਤੋ ਅਸੀਂ ਸਾਰੇ ਹੀ ਉਸ ਮਾਹੌਲ ਦੇ ਜ਼ਿੰਮੇਵਾਰ ਹੋਵਾਂਗੇ। ਸੋ ਅੱਜ ਵੀ ਸਾਨੂੰ ਸ਼ੁਭ ਕਰਮਨ ਤੇ ਕਬਹੂ ਨਾ ਟਰੂ, ਇਹ ਲਾਈਨ ਨੂੰ ਪੜ੍ਹਨ ਦੀ, ਗੌਰ ਕਰਨ ਦੀ, ਇਹ ਸ਼ਬਦ ਨੂੰ ਵਿਚਾਰ ਕਰਨ ਦੀ ਲੋੜ ਹੈ। ਟਾਈਮ ਹੈ ਕਿ ਸੱਚ ਨੂੰ ਸੱਚ ਬੋਲਣਾ ਸਿੱਖੋ। ਔਰ ਇਸੇ ਉਮੀਦ ਦੇ ਨਾਲ ਰੇਡੀਓ ਜ਼ਿੰਦਾਬਾਦ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਇਜਾਜ਼ਤ ਲੈਣਾ। ਅਗਲੇ ਐਤਵਾਰ ਫਿਰ ਮਿਲਾਂਗੇ, ਸੱਚ ਦੀ ਲੜਾਈ ਜਾਰੀ ਰੱਖਾਂਗੇ, ਚਾਹੇ ਉਹ ਕੋਈ ਵੀ ਮੁੱਦਾ ਹੋਏ, ਚਾਹੇ ਕੈਨੇਡਾ ਦਾ ਮੁੱਦਾ ਹੋਏਗਾ, ਚਾਹੇ ਪੋਲੀਟਿਕਸ ਦਾ ਮੁੱਦਾ ਹੋਏਗਾ, ਚਾਹੇ ਉਹ ਫਾਰਮ ਬਿੱਲ ਦਾ ਮੁੱਦਾ ਹੋਏਗਾ। ਸੱਚ ਹਮੇਸ਼ਾ ਜਿੱਤਦਾ ਹੈ, ਕਿਉਂਕਿ ਉਹਦੇ ਨਾਲ ਪਰਮਾਤਮਾ ਹੁੰਦਾ। ਤੁਹਾਡਾ ਸਾਰਿਆਂ ਦਾ ਰੱਬ ਰਾਖਾ। The views expressed